ਅੱਛਾ ਯਕੀਨ ਜਾਨੋ ਇੱਕ ਨਾ ਅੱਜ ਇੱਕ ਬੜੀ ਮਾੜੀ ਜਿਹੀ ਗੱਲ ਹੋਈ ਏ ਤੇ ਚਲੋ ਉਹਨੂੰ ਮੈਂ ਡਿਸਕਸ ਕਰਨਾ ਚਾਹੁੰਦਾ ਵਾਂ ਬਰਾੜ ਤੇ। ਕਿਤਾਬ ਜਦੋਂ ਵੀ ਸਾਡੀ ਕੋਈ ਨਵੀਂ ਛਪ ਕੇ ਆਉਂਦੀ ਹੈ ਨਾ ਤੇ ਫਿਰ ਅਸੀਂ ਐਲਾਨ ਕਰ ਦਿੰਦੇ ਹਾਂ ਕਿ ਭਾਈ ਕਿਤਾਬਾਂ ਮੰਗਵਾ ਲਵੋ। ਕਿਤਾਬ ਸਾਡੀ ਤਰਫੋਂ ਫ੍ਰੀ ਹੁੰਦੀ ਏ ਤੇ ਸਿਰਫ ਅਸੀਂ ਡਾਕ ਖਰਚ ਮੰਗਨੇ ਆ, ਸਿਰਫ ਡਾਕ ਖਰਚ। ਅੱਛਾ ਹੋਇਆ ਹੈ ਕਿ ਜਦੋਂ ਆਈ ਨਾ ਜਨਾਬ ਮਿਰਜ਼ਾ ਚੂੜਾ ਤੇ ਮੇਰੇ ਕੋਲ ਹੋਰ ਕਿਤਾਬਾਂ ਵੀ ਪਈਆਂ ਸਨ ਤੇ ਮੈਂ ਕਿਹਾ ਚਲੋ ਇਸ ਬਹਾਨੇ ਇੱਕ ਕਿਤਾਬ ਦੇ ਬਹਾਨੇ ਦੂਜੀਆਂ ਕਿਤਾਬਾਂ ਵੀ ਨਾਲ ਟੁਰ ਜਾਣਗੀਆਂ। ਤੇ ਉਹ ਨਾ ਇੱਕ ਬੰਡਲ ਤਕਰੀਬਨ ਉਹਦੇ 'ਚ 6-7 ਕਿਤਾਬਾਂ ਸਨ, 7 ਕੁ ਕਿਤਾਬਾਂ ਸਨ ਮੋਟੀਆਂ ਮੋਟੀਆਂ ਤੇ ਨਾਲ ਰਸਾਲੇ ਸਨ ਤੇ ਉਹ ਪੂਰਾ ਇੱਕ ਬੰਡਲ ਬਣਿਆ ਤੇ ਅਸੀਂ ਨਾ ਉਹ ਕਰਵਾਉਣਾ ਸ਼ੁਰੂ ਕੀਤਾ ਕੋਰੀਅਰ। ਅੱਛਾ ਕੋਰੀਅਰ ਜਿਹੜਾ ਵੀ ਉਹ ਮਹਿੰਗਾ ਹੁੰਦਾ, ਆਮ ਡਾਕ ਸਸਤੀ ਹੁੰਦੀ ਹੈ, ਲੇਕਿਨ ਕੋਰੀਅਰ ਦੇ ਵਿੱਚ ਇਹ ਹੁੰਦਾ ਵੇ ਕਿ ਗਰੰਟੀ ਹੁੰਦੀ ਹੈ ਕਿ ਕਿਤਾਬ ਅਗਲੀ ਜਗ੍ਹਾ ਤੇ ਪਹੁੰਚੇ ਹੀ ਪਹੁੰਚੇ, ਤੇ ਜੇ ਖੁਦਾ ਨ ਖਾਸਤਾ ਅਗਲੀ ਜਗ੍ਹਾ ਤੇ ਨਾ ਪਹੁੰਚੇ ਤੇ ਕਿਤਾਬ ਫਿਰ ਵਾਪਸ ਆਉਣ ਦੀ ਗਰੰਟੀ ਹੁੰਦੀ ਹੈ ਕਿ ਉਹ ਕਿਤਾਬ ਵਾਪਸ ਆ ਜਾਏਗੀ। ਤੇ ਉਹ ਨਾ ਤਕਰੀਬਨ ਕੋਈ 1500 ਰੁਪਏ ਦੀ ਡਾਕ ਸਾਡੀ ਗਈ। ਲੇਕਿਨ ਇਹ ਹੁਣ ਜਦੋਂ ਅਸੀਂ ਉਮਰਾ ਕਰਕੇ ਆਏ ਹਾਂ ਤੇ ਕਿਤਾਬ ਛਪ ਗਈ ਸੀ ਮਿਰਜ਼ਾ ਕਾਦੀਆਨੀ ਇਨ ਹੀਰਾ ਮੰਡੀ। ਤੇ ਸਾਨੂੰ ਦੋਸਤਾਂ ਨੇ ਮਸ਼ਵਰਾ ਦਿੱਤਾ ਕਿ ਇੰਝ ਵੇ ਕਿ ਸ਼ਾਹ ਜੀ ਆਮ ਡਾਕ 'ਚ ਭੇਜੋ। ਮੈਂ ਆਮ ਡਾਕ ਨਾਲ ਰਾਬਤਾ ਕੀਤਾ ਤੇ ਉਹਨਾਂ ਨੇ ਕਿਹਾ ਜੀ ਤਕਰੀਬਨ ਰਾਊਂਡ ਬੋਰਡ 200 250 250 ਖਰਚਾ ਆਏ। ਮੈਂ ਕਿਹਾ ਕੋਈ ਗੱਲ ਨਹੀਂ, ਲੋ ਜੀ ਮੈਂ ਫੇਰ ਐਲਾਨ ਕਰ ਦਿੱਤਾ ਤੇ ਉਹ ਮਾਸ਼ਾਅੱਲਾ ਬੜੀ ਡਾਕ ਗਈ। ਅੱਛਾ ਪਿਛਲੀ ਵਾਰ ਵੀ ਜਦੋਂ 1500 ਰੁਪਏ ਡਾਕ ਸੀ ਨਾ ਤੇ ਉਦੋਂ ਤਕਰੀਬਨ ਮੈਂ ਐਲਾਨ ਵੀ ਕੀਤਾ ਸੀ, ਇੱਕ ਇੱਕ ਚੀਜ਼ ਮੈਂ ਦੱਸਦਾ ਰਿਹਾ ਵਾਂ, ਨਾਲ ਹੀ ਦੱਸਦਾ ਰਿਹਾ। ਹੁੰਦਾ ਹੈ ਵੇ ਕਿ ਸਾਨੂੰ ਅਗਰ 100 ਬੰਦਾ ਆ ਕੇ ਕਹਿੰਦੇ ਨਾ ਜੀ ਕਿਤਾਬਾਂ ਭੇਜ ਦਿਓ ਤੇ ਉਹਨਾਂ ਦੇ ਵਿੱਚੋਂ ਤਕਰੀਬਨ 20 ਕੁ ਬੰਦੇ ਪੈਸੇ ਦਿੰਦੇ ਨੇ ਤੇ 80 ਬੰਦੇ ਉਹ ਹੁੰਦੇ ਨੇ ਜਿਹੜੇ ਉਲਮਾਏ ਕਰਾਮ ਹੁੰਦੇ ਨੇ ਜਾਂ ਮਤਲਬ ਮੁਅੱਜ਼ਿਜ਼ੀਨ ਹੁੰਦੇ ਨੇ, ਤੇ ਉਹਨਾਂ ਕੋਲ ਤੇ ਬੰਦਾ ਪੈਸੇ ਪੁੱਛਦਾ ਵੀ ਜਿਹੜਾ ਭੈੜਾ ਲੱਗਦਾ ਹੈ। ਉਹਨਾਂ ਨੂੰ ਫਿਰ ਅਸੀਂ ਆਪਣੇ ਕੋਲੋਂ ਜ਼ਾਤੀ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕਰਕੇ ਤੇ ਡਾਕ ਭੇਜਦੇ। ਇੱਕ ਕਿਤਾਬਾਂ ਫ੍ਰੀ ਤੇ ਡਾਕ ਵੀ ਫ੍ਰੀ, ਯਾਨੀ ਫ੍ਰੀ ਕਿਤਾਬ। ਤੇ 70,000 ਰੁਪਇਆ 70,000 ਰੁਪਏ ਦੀ ਡਾਕ ਮੈਂ ਆਪਣੇ ਕੋਲੋਂ ਪਿਛਲੀ ਯਾਰ ਦੀ ਗੱਲ ਕਰ ਰਿਹਾ ਜੇ, ਮੈਂ ਆਪਣੇ ਕੋਲੋਂ ਜ਼ਾਤੀ ਜੇਬ ਦੇ ਵਿੱਚੋਂ ਅਦਾ ਕੀਤੀ। ਤੇ ਪਿਛਲੀ ਯਾਰੀ ਵੀ ਇੱਕ ਅੱਧਾ ਕੇਸ ਆ ਗਿਆ ਕਿ ਉਹ ਸ਼ਿਕਵਾ ਸ਼ਿਕਾਇਤ ਜਿਹੀ ਬਣ ਗਈ ਤੇ ਮੈਂ ਇਗਨੋਰ ਕੀਤਾ। ਮੈਂ ਕਿਹਾ ਕੋਈ ਨਹੀਂ ਯਾਰ ਖੈਰ ਮਿਲ। ਇਸ ਵਾਰੀ ਉਂਝ ਦੀ ਸ਼ਿਕਵਾ ਸ਼ਿਕਾਇਤ ਫੇਰ ਆ ਗਈ। ਹੁਣ ਵੀ ਇੰਝ ਹੋਇਆ ਕਿ ਤਕਰੀਬਨ ਮੈਂ 900 ਡਾਕ ਭੇਜੀ ਜੇ, 900 ਡਾਕ, ਜਿਹਦੇ ਵਿੱਚੋਂ ਤਕਰੀਬਨ ਅੱਲਾ ਤੁਹਾਡਾ ਭਲਾ ਕਰੇ 200 ਜਾਂ 250 ਡਾਕ ਦੇ ਪੈਸੇ ਸਾਡੇ ਕੋਲ ਆਏ ਹੋਣਗੇ, 250 ਰੁਪਇਆ ਫੀ ਡਾਕ। ਬਕਾਇਆ ਟੋਟਲ ਫ੍ਰੀ ਉਲਮਾਏ ਕਰਾਮ ਮੁਅੱਜ਼ਿਜ਼ੀਨ ਨੂੰ ਡਾਕਾਂ ਗਈਆਂ। ਅੱਛਾ ਤੇ ਫਿਰ ਹੁੰਦਾ ਪਤਾ ਕੀ ਜੇ, ਐਸੇ ਨਲਾਇਕ ਕਿਸਮ ਦੇ ਲੋਕ ਹੁੰਦੇ ਨੇ, ਸਾਨੂੰ ਆਪਣਾ ਐਡਰੈਸ ਭੇਜਣਗੇ, ਐਡਰੈਸ ਅਧੂਰਾ ਹੁੰਦਾ, ਉਹ ਮੁਕੰਮਲ ਐਡਰੈਸ ਨਹੀਂ ਹੁੰਦਾ। ਸਾਨੂੰ ਫੋਨ ਕੋਈ ਐਸਾ ਲਿਖਵਾਉਣਗੇ ਕਿ ਜਿਹੜਾ ਫੋਨ ਚੱਲਦਾ ਹੀ ਨਹੀਂ ਪਿਆ, ਫੋਨ ਬੰਦ। ਉਹ ਡਾਕ ਵਾਲਾ ਅਵਲ ਤੇ ਉਹ ਪਤਾ ਗਲਤ ਹੁੰਦਾ ਹੈ ਤੇ ਡਾਕ ਜਾ ਹੀ ਨਹੀਂ ਸਕਦੀ। ਬਸਾ ਔਕਾਤ ਉਹ ਪਤੇ ਤੇ ਟੁਰ ਜਾਂਦਾ ਹੈ ਲੇਕਿਨ ਬੰਦਾ ਨਹੀਂ ਮਿਲਦਾ ਤੇ ਉਹ ਫੋਨ ਕਰਦੇ ਨੇ ਤੇ ਬੰਦਾ ਫੋਨ ਨਹੀਂ ਚੁੱਕਦਾ। ਉਹਦੇ 'ਚ ਫਿਰ ਦੋ ਸੂਰਤਾਂ ਹੁੰਦੀਆਂ ਨੇ, ਜਾਂ ਡਾਕ ਉੱਥੇ ਹੀ ਜ਼ਾਇਆ ਹੋ ਜਾਂਦੀ ਹੈ ਜਾਂ ਵਾਪਸ ਆ ਜਾਂਦੀ ਹੈ।
ਜਿਹੜਾ ਪਤਾ ਅਸੀਂ ਲਿਖਿਆ ਹੁੰਦਾ ਹੈ ਉਸ ਪਤੇ ਤੇ ਆ ਜਾਏਗੀ। ਇਹ ਦੋ ਸੂਰਤਾਂ ਹੁੰਦੀਆਂ। ਲੋ ਜੀ, ਡਾਕਾਂ ਆਈਆਂ, ਕੋਈ 40-50 ਡਾਕਾਂ ਵਾਪਸ ਆਈਆਂ, ਤੇ ਮੈਂ ਗਰੁੱਪ ਦੇ ਵਿੱਚ ਸ਼ਿਕਵਾ ਸ਼ਿਕਾਇਤ ਕੀਤੀ। ਮੈਂ ਕਿਹਾ ਦੇਖੋ ਤੁਸੀਂ ਕੀ ਕਰਦੇ ਹੋ ਯਾਰ, ਮਾਲੇ ਮੁਫਤ ਦਿਲੇ ਬੇਰਹਿਮ, ਤੁਹਾਨੂੰ ਕੋਈ ਅਹਿਸਾਸ ਨਹੀਂ, ਕੋਈ ਕੁਝ ਨਹੀਂ। ਉਹਦੇ ਚੋਂ ਨਾ ਇੱਕ ਡਾਕ ਹਾਫਜ਼ ਹਸਾਨ ਗਾਲਬਨ ਨਾਮ ਹੈ, ਤੇ ਉਹਦੀ ਡਾਕ ਵੀ ਵਾਪਸ ਆਈ। ਤੇ ਮੈਂ ਉਹਨੂੰ ਮੈਸੇਜ ਕੀਤਾ, ਮੈਂ ਕਿਹਾ ਵੇ ਤੇਰੀ ਡਾਕ ਵਾਪਸ ਆ ਗਈ ਹੈ। ਲੋ ਜੀ ਬਾਬਾ ਜੀ, ਉਹ ਤੇ ਉਲਟਾ ਬੰਦਾ ਮੇਰੇ ਦੁਆਲੇ ਹੋ ਗਿਆ ਨਾ। ਉਹਨੇ ਕਿਹਾ ਉਸ ਡਾਕੀਏ ਦਾ ਮੈਨੂੰ ਨੰਬਰ ਤੇ ਦੇ ਤੂੰ। ਮੁਫਤੀ, ਇਹ ਡਾਕੀਆ ਝੂਠ ਬੋਲਦਾ ਹੈ ਪਿਆ, ਮੇਰਾ ਤੇ ਕਸੂਰ ਹੀ ਕੋਈ ਨਹੀਂ। ਪਤਾ ਮੇਰਾ ਬੜਾ ਬਿਲਕੁਲ ਪਰਫੈਕਟ ਪਤਾ ਸੀ। ਫੋਨ ਹੈ ਮੇਰੀ ਜੇਬ 'ਚ, ਫੋਨ ਸੀ। ਡਾਕ ਮੇਰੀ ਜ਼ਾਇਆ ਹੋਈ ਤੇ ਹੋਈ ਕਿੰਜ? ਅੱਛਾ ਜੀ, ਉਹ ਬੰਦੇ ਨੇ ਨਾ ਮੈਨੂੰ ਵਾਹ ਹੀ ਤਪਾ ਦਿੱਤਾ ਨਾ। ਮੈਂ ਉਸ ਬੰਦੇ ਨੂੰ ਕਰ ਦਿੱਤਾ ਬਲਾਕ ਕੀਤਾ। ਤੇ ਉਸ ਬੰਦੇ ਨੇ ਕੀ ਡਰਾਮਾ ਕੀਤਾ, ਸਾਡੇ ਮੋਡੀਰੇਟਰ ਨੂੰ ਮੈਸੇਜ ਕੀਤਾ ਕਿ ਇਹ ਮੁਫਤੀ ਫਰਾਡੀ ਹੈ, ਇਹਨੇ ਫਰਾਡ ਲਾਏ ਮੈਨੂੰ, ਇਹ ਤੇ ਮੁਫਤੀ ਇੰਝ ਹੀ ਪੈਸੇ ਗਰੰਦੇ ਨੇ ਲੋਕਾਂ ਕੋ, ਇਹ ਮੁਫਤੀ ਤੇ ਇੰਝ ਹੀ ਲੁੱਟਦੇ ਨੇ ਪਏ ਮੁਫਤੀ। ਉਹ ਮੈਂ ਇਹ ਕੀ ਹੋ ਗਈ? ਹੋਏ ਹੋਏ, ਮੈਂ ਨਾ ਉਹਨੂੰ ਅਨਬਲਾਕ ਕੀਤਾ। ਅਨਬਲਾਕ ਕਰਕੇ ਤੇ ਮੈਂ ਉਹਨੂੰ ਕਿਹਾ ਇੰਝ ਵੇ, ਤੂੰ ਆਪਣਾ ਜਾਇਜ਼ ਕੈਸ਼ ਅਕਾਊਂਟ ਭੇਜ, ਤੇ ਜਿਹੜਾ 250 ਰੁਪਈਆ ਤੂੰ ਭੇਜਿਆ ਹੈ ਨਾ, ਉਹ ਮੈਂ ਤੈਨੂੰ ਭੇਜਣਾ। ਅੱਛਾ, ਉਹ ਹੁਣ ਮੇਰੇ ਮੈਸੇਜ ਵੇਖੀ ਜਾਏ ਪਿਆ ਤੇ ਜਵਾਬ ਨਾ ਦੇਵੇ ਪਿਆ। ਭਾਈ ਤੂੰ ਅਗਰ ਮੋਡੀਰੇਟਰ ਨੂੰ ਮੈਸੇਜ ਕਰ ਸਕਣਾ ਹੈ ਤੇ ਤੂੰ ਮੈਨੂੰ, ਮੈਂ ਤੈਨੂੰ ਪਹਿਲੇ ਤੇ ਚੱਲ ਬਲਾਕ ਕੀਤਾ ਸੀ ਤੇ ਹੁਣ ਤੇ ਅਨਬਲਾਕ ਕਰ ਛੜੇ, ਜਵਾਬ ਤੇ ਦੇ ਕਮ ਸੇ ਕਮ। ਨਾ ਕੋਈ ਨਾ, ਤੇ ਨਹੀਂ ਉਹ ਮੁਫਤੀ, ਉਹ ਫਿਰ ਮੋਡੀਰੇਟਰ ਦਾ ਮੈਨੂੰ ਮੈਸੇਜ ਆਇਆ ਕਿ ਇਹ ਉਹਦਾ ਮੈਸੇਜ ਆਇਆ ਕਿ ਮੁਫਤੀ ਨੂੰ ਕਹੋ ਕਿ ਮੈਨੂੰ ਮੈਸੇਜ ਨਾ ਕਰੇ, ਇਹ ਹੈ ਉਹ ਹੈ। ਉਹ ਮੈਂ ਕਹੀ ਸਾਰੇ ਕੀ ਹੈ। ਮੈਂ ਨਾ ਫਿਰ ਆਪਣੇ ਮੋਡੀਰੇਟਰ ਨੂੰ ਕਿਹਾ, ਮੈਂ ਕਿਹਾ ਇਹਨੂੰ ਨਾ ਇਹਦੇ ਕੋਲ ਜਾਇਜ਼ ਕੈਸ਼ ਅਕਾਊਂਟ ਲੈ, ਤੇ 250 ਰੁਪਈਆ ਤੇ ਇਹਨੇ ਭੇਜਿਆ ਸੀ, ਤੇ 250 ਆਪਣੇ ਕੋਲੋਂ ਪਾਣਾ ਤੂੰ, ਤੇ 500 ਰੁਪਈਆ ਇਹਨੂੰ ਭੇਜ। ਤੇ ਆਇੰਦਾ ਤੂੰ ਮੇਰੀ ਤੋਬਾ, ਮੇਰੇ ਹੱਥ ਖਲੋਤੇ ਜੇ। ਮੈਂ ਐਲਾਨ ਕਰ ਰਿਹਾ ਭਾਈ ਇਸ ਟਾਈਮ, ਇਹ ਐਲਾਨ ਮੈਂ ਉੱਥੇ ਵੀ ਕੀਤਾ, ਗਰੁੱਪ 'ਚ ਵੀ, WhatsApp ਦੇ, ਤੇ ਇੱਥੇ ਆਨਲਾਈਨ ਮੈਂ ਐਲਾਨ ਕਰ ਰਿਹਾ ਵਾਂ। ਆਇੰਦਾ ਤੂੰ ਕੋਈ ਇੱਕ ਕਿਤਾਬ ਵੀ ਮੇਰੀ ਫ੍ਰੀ ਨਹੀਂ ਜੇ ਲੱਭੇਗੀ, ਇਹ ਯਾਦ ਰੱਖਿਆ ਜੀ। ਔਰ ਨਾਲ ਅਗਲਾ ਐਲਾਨ ਹੈ ਵੇ ਕਿ ਪੁੱਤਰ, ਜਿਹੜੀ ਮੇਰੀ 1000 ਰੁਪਏ ਦੀ ਕਿਤਾਬ ਸੀ ਨਾ, ਉਹ ਮੈਂ ਹੁਣ 2000 ਦੀ ਦੇਣੀ ਜੇ, ਤੇ ਤੁਹਾਡੇ ਕੋਲੋਂ ਮੈਂ ਡਬਲ ਟ੍ਰਿਪਲ ਪੈਸੇ ਵਸੂਲ ਕਰਨੇ ਨੇ। ਜਿੰਨੇ ਪੜ੍ਹਨੀ ਹੈ ਪੜ੍ਹੇ, ਨਹੀਂ ਪੜ੍ਹਨੀ ਪੜ੍ਹਾ ਜਾਏ। ਸਮਝ ਆਈ ਕਿ ਨਹੀਂ? ਤੁਸੀਂ ਕੌਮ ਜਿਹੜੀ ਹੈ ਨਾ, ਲਿੱਤਰਾਂ ਜੋਗੀ ਕੌਮ ਹੋ ਤੁਸੀਂ। ਤੁਹਾਨੂੰ ਮੁਫਤ ਮਾਲ ਦਾ ਨਾ ਕੋਈ ਕਦਰ ਕੁਦਰ ਕੋਈ ਨਹੀਂ ਜੀ ਹੈ, ਨਾ ਤੁਹਾਨੂੰ ਉਲਮਾ ਦੀ ਕੋਈ ਕਦਰ ਹੈ, ਤੇ ਜੁੱਤੀਆਂ ਜੋਗੇ ਨੇ, ਯਕੀਨ ਜਾਨੋ। ਤੇ ਅੱਜ ਤੇ ਯਕੀਨ ਜਾਨ ਬੜਾ ਉਹਨੇ ਮੇਰੇ ਨੂੰ ਨਾ ਤਪਾ ਛੜਿਆ। ਮੈਂ ਕਿਹਾ ਅੱਛਾ ਫਿਰ ਇੰਝ ਤੇ ਇੰਝ ਸਭ ਵਾਸਤੇ। ਹੁਣ ਫਿਰ ਮੈਸੇਜ ਬੜੇ ਮੈਨੂੰ ਆਏ ਜੀ, ਸਾਨੂੰ ਕਿਤਾਬਾਂ ਚਾਹੀਦੀਆਂ ਨੇ ਜੇ। ਮੈਂ ਕਿਹਾ ਪੁੱਤਰ 4000 ਰੁਪਏ ਦੀਆਂ ਕਿਤਾਬਾਂ ਜੇ, ਤੇ 1500 ਰੁਪਇਆ ਡਿਲੀਵਰੀ ਜੇ, ਸੁੱਟੋ ਇੱਧਰ ਪੈਸੇ ਤੇ ਮੈਂ ਭੇਜ ਦੇਣਾ। ਨਾ ਨੱਸ ਭੱਜ ਜਾਓ। ਇੱਕ ਤੁਹਾਨੂੰ ਅਸੀਂ ਮੁਫਤ ਕਿਤਾਬਾਂ ਵੰਡੀਏ, ਉੱਤੋਂ ਤੂੰ ਆਪਣੀ ਬਦਨਾਮੀ ਵੀ ਲਈਏ ਯਾਰ। ਕਿੰਜੀ ਦੀ ਕੌਮ ਹੈ ਯਾਰ, ਤੇ ਫਿਰ ਕੋਈ ਲੱਥੀ ਚੜੀ ਨਹੀਂ ਤੁਹਾਨੂੰ ਹੁੰਦੀ। ਤੇ ਬੜੇ ਬੜੇ ਬਗੈਰਤ ਨੇ ਭਾਈ, ਅੱਲਾ ਦੀ ਕਸਮ ਹੈ। ਛੋਟੀ ਛੋਟੀ ਬਗੈਰਤੀ ਤੇ ਨਹੀਂ, ਬੜੇ ਬੜੇ ਬਗੈਰਤ ਨੇ। ਅੱਗੇ ਪਿੱਛੇ ਮੁਫਤੀ ਸਾਹਿਬ ਇੰਜ ਤੋਤਾ ਚਸ਼ਮ ਹੁੰਦੇ ਨੇ। ਇਹ ਕੌਮ ਇੰਜ ਰੰਗ ਬਦਲਦੀ ਏ, ਗਿਰਗਿਟ ਵੀ ਨਹੀਂ ਓਡੀ ਜਲਦੀ ਰੰਗ ਬਦਲਦਾ। ਬੇਕਦਰੀ ਕੌਮ।
ਫਿਰ ਅਸੀਂ ਇਹਨਾਂ ਨੂੰ ਕਿਹਾ ਵੇ, ਅਸੀਂ ਕਿਹਾ ਕਿਤਾਬਾਂ ਸਾਡੇ ਕੋਲੋਂ ਸਿਰਫ ਉਹ ਬੰਦਾ ਮੰਗਵਾਏ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਪੜ੍ਹ ਕੇ ਸੁਣਾਏ ਕਰੇਗਾ। ਯਾਰ ਕਿਤਾਬਾਂ ਵੰਡੀ ਜਾਂਦੇ ਆ ਪਏ, ਬੰਦਾ ਕੋਈ ਲੱਭਦਾ ਕੋ ਨਹੀਂ ਪਿਆ। ਅਸੀਂ ਤੇ ਚਾਹੁੰਦੇ ਸਾਂ ਪਏ ਬੰਦੇ ਤਿਆਰ ਹੋਣ, ਆਪਣੀਆਂ ਲਾਇਬ੍ਰੇਰੀਆਂ ਸਜਾਈ ਜਾਂਦੇ ਹੋ ਪਏ, ਮੁਫਤ ਮਾਲ ਦਾ ਮੁਫਤ ਲੱਭਾ ਹੈ ਤਾਂ ਕਿ ਲੋਕਾਂ ਨੂੰ ਦੱਸ ਸਕੋ ਜੀ ਬੜੀਆਂ ਖਤਮੇ ਨਬੂਵਤ ਦੀਆਂ ਕਿਤਾਬਾਂ ਮੇਰੇ ਕੋਲ ਪਈਆਂ ਨੇ। ਬੜੀ ਕਮ ਅਜ਼ ਕਮ ਸਾਨੂੰ ਚਾਹੀਦਾ ਭਾਈ ਆਊਟਪੁੱਟ ਚਾਹੀਦੀ, ਆਊਟਪੁੱਟ। ਸਿਵਾਏ ਹਬੀਬ ਤੋਂ ਇਲਾਵਾ ਕੋਈ ਬੰਦਾ ਨਹੀਂ ਹੈ ਦੂਜਾ ਕੋਈ ਸਾਡੀਆਂ ਕਿਤਾਬਾਂ ਪੜ੍ਹਦਾ ਹੋਏ। ਦੁਰ ਫਿਟੇ ਮੂੰਹ ਤੇ ਯਾਰ, ਬੇਕਦਰੀ ਜੀ ਕੌਮ। ਇਹ ਨਾ ਬਿਹਤਰ ਨਹੀਂ ਕਿ ਭਾਈ ਇਹ ਸਾਨੂੰ ਵੀ ਪੈਸਿਆਂ ਦੀ ਲੋੜ ਹੈ ਭਾਈ, ਅਸੀਂ ਤੁਹਾਨੂੰ ਵੇਚੀਏ ਇਹ ਕਿਤਾਬਾਂ। बस है एक पैगाम सी मैं ऑनलाइन मैं क्या चलो रिकॉर्ड ते डुर जानी चाहिए गल। थोड़ी देर करना चाहता हाँ पहले तुहानू पता है ना कि PDF जो जारी किए ने और मैं समझना सा पाया कि यार लोगों को मैं भी जाती तौर पर भी PDF जारी किए हैं उही ਜਿਹੜੇ तुसां कीते ने। मैं समझना सा कि यार ਜਿਹੜੇ दोस्त अखबार PDF मंगते पे ने तो अगों उन्होंने बुक्स बना लैणगे कढ़ लैणगे पेपर कढ़ लैणगे अगों पढ़नगे, मगर हाले तक वाकई इस गल के उत्ते मैं तुहाडे नाल एग्री हाँ, हुण तक कोई आउटपुट नहीं आई। यानी कि किसी बंदे ने भी मैं जाते उत्ते खुद भी पूछना होना कि यार बल्कि हुणे ही शमरेज भाई नाल गल हुई मेरी, मैं कहा शमरेज भाई तुसीं किताब कोई पढ़ी है? तुसीं माशाअल्लाह कहंदे ने हाँ मैं गया सी इतवार नूं मैं लैके आया। माशाअल्लाह अगर लैके आए ने तो इन्हां दा काम बनदा है कि उस किताब नूं पढ़ना। तो मैं भी काफ़ी दफ़ा पूछ बैठा वाँ यार अगर जिन्होंने किताबां मिलियां नहीं PDF मिले ने PDF के पेपर क्यों नहीं कढ़ाए? तुसां पेपर कढ़ा के तुसीं कम से कम अपने को बुकां रखो, उन्होंने पढ़ो। तुहाडे तुसीं आवो साडे कोल, मेरे मिसाल से मैं होस्ट बैठा वाँ, अगर मैं हवाला एक दिता है दो तुहाडा काम है, तुसीं दो हवाले तुसीं पढ़ो। वो अगे भी मुफ्ती साहब ने फरमाया हबीब कल्ला ही लगा है, नहीं है गल नहीं, ये तो ड्यूटी लगी है ना हज़ूर अलैहिस्सलाम की तरफों। मगर मज़ा है फिर इस गल का कि अगर तुहाडे कोल किताबां पहुँच चुकियां ने तो अगर होस्ट पढ़ रहा हवाला दो पढ़ रहा तुसीं चार पढ़ो। तुसीं आखो जी सानूं मौका दो असीं चार पढ़ने वाले। हवाला पढ़न का फायदा तो ही है ना कि तुसीं सोशल मीडिया पर बैठे हो तो इन्हों अपने अपने हवाले पढ़ के सुनाओ। दिते तो तुहानूं मुफ्ती साहब ने माशाअल्लाह, तो सानूं उन्होंने मेहनत कर छड़ी है। अगों पढ़ना साडा काम है यार, सुनाना साडा काम है, अमल करना को समझ आना वो वखरा अल्लाह ताला की निज़ाम की गल है कि अल्लाह ताला उन्होंने हिदायत दे देवे। मगर असी हवाले तो दे सकने कि नहीं, तो हवाले जनाब तुहानूं मुफ्ती साहब देंदे ने तो उन्होंने पढ़ना और लोगों को सुनाना वो साडा काम है, वो मुफ्ती साहब का नहीं साडा काम है। तो मेहरबानी करिया करो जिन्होंने दोस्तों को किताबां मिल चुकियां ने या जिन्होंने अपनी डाक खर्च दे के किताबां मंगवा लियां तो उन्होंने सिर्फ अलमारियां तक सजाने का काम ना करो। उन्होंने कोई बेचियां नहीं किताबां तुहाडे वास्ते, बिल्कुल नहीं बेचियां। मैं नहीं PDF मंगवाई है तो मैं तो नहीं भाई 1 रुपया नहीं दिता, अल ऐलान मैं भी गल करन दिया, 1 पैसा नहीं मेरे को लिया मुफ्ती साहब ने। मैं PDF मंगवाइया ने, मैनूं उंज भी बुकां मिलियां ने जिहड़ियां हार्ड कापियां सन, मैं 1 रुपया नहीं दिता। मगर मेरा हक तो बनता ना, कम से कम मेरे को चीज़ां आ गई ने जो मैं PDF मंगवाई तो किताबां मैं बना लिया ने, उन्होंने पढ़ना तो हक बनता ना कि लोगों को सिर्फ वहाण वास्ते मैं अपने घर दिन वहाण वास्ते रख लवां कि लो जी मैं ढेर लाया अज। नहीं, बड़ी बुरी गल है, इन्होंने पढ़ना चाहिए। पढ़ के कम से कम इन्ना हो जाओ कि यार 4-5 हवाले तो जी तुहानूं ज़बानी याद हो रटे हो तुसां जी। मैं यो कहना सी बहरहाल मेरे को जो असी अज आडियो सुनिया ने ज़ाती तौर पर बहुत दुख होया। मैं तो लख दी लानत पावांगा उस मुंडे ते 500 पर 250 रुपये वास्ते मैं ना उन्हें को फूड़ी पाई होनी अपने घर दे विच, मेरा 250 टुट गया। यार इंतहा नहीं हो जाती, ऐसा चवलपुना। जिस बंदे ने 250 रुपये वास्ते इन्नी बदबख्ती की है, क्या वो किताबा पढ़ेगा? कभी भी नहीं पढ़ेगा। तो अगर ऑनलाइन तू सुन रहा है तो बराड़ पे आ, मैं तेन 250 देना, 250 नहीं 500 देना जी।
कोई भाई गल करना सोहेल भाई आए अस्सलाम वालेकुम रहमतुल्लाह। वालेकुम सलाम रहमतुल्लाहि व बरकातुहू। जनाब अली, तमाम हज़रात सलाम वालेकुम। अच्छा, मुफ्ती साहब मौजूद हैं जनाब? आप मौजूद हैं? अच्छा, तो नशरियात फिर नशर कर दूं मुफ्ती साहब, अगर मुफ्ती साहब है तो। ਉਹ ਯਾਰ ਨਸ਼ਰੀਆਤ ਨਸ਼ਰ ਕਰਨ ਵਾਲੀ ਜਿਹੜੀ ਹੁੰਦੀ ਹੈ ਉਦੋਂ ਤੂੰ ਕਰਦਾ ਨਹੀਂ ਪਾਗਲਾ। ਅੱਜ ਇਹ 3-4 ਬਰਾਡਾਂ ਹੋਈਆਂ ਨੇ ਉਹ ਧੂਆਂਦਾਰ 2-2 ਘੰਟੇ ਤਕਰੀਬਨ ਅਸੀਂ ਬੈਠੇ ਰਹੇ ਹਾਂ। ਤੇ ਬਹਰਹਾਲ ਉਹ ਮੈਂ ਰਿਕਾਰਡਿੰਗ ਤੇ ਕਰ ਲਈਏ ਤੇ ਉਹ ਵੈਸੇ ਹੀ ਰਿਕਾਰਡਿੰਗ ਦੇ ਤੌਰ ਤੇ ਅਸੀਂ ਪੇਸ਼ ਕਰ ਦਿਆਂਗੇ YouTube ਚੈਨਲ ਖਤਮ ਨਬੂਸ ਟਾਈਮਸ ਤੇ। ਲੇਕਿਨ ਇਹ ਵੀ ਕਿ ਮੇਰਾ ਜ਼ਹਨ ਸੀ ਕਿ ਮੈਂ ਸਮਝ ਰਿਹਾ ਸੀ ਕਿ ਲਾਈਵ ਚੱਲ ਰਹੀ ਹੈ ਤੇ ਲੇਕਿਨ ਉਹ ਬਾਅਦ ਚ ਮੈਂ ਵੇਖਿਆ, ਮੈਂ ਕਿਹਾ ਕੋਈ ਨਹੀਂ, ਉਹ ਮੈਂ ਕਿਹਾ ਯਾਰ, ਬਲਕਿ ਮੈਂ ਬੋਲ ਵੀ ਦਿੱਤਾ ਨਾ ਵੀਡੀਓ ਦੇ ਵਿੱਚ, ਮੈਂ ਕਿਹਾ ਇਸ ਟਾਈਮ ਲਾਈਵ ਚੱਲ ਰਹੀ ਆ। ਉਹ ਇੱਕ ਮੁਰੱਬੀ ਸੀ ਕੋਈ ਬੈਠਾ, ਮੈਂ ਕਿਹਾ ਲਾਈਵ YouTube ਤੇ ਵੀ ਚੱਲ ਰਹੀ ਹੈ, ਲੇਕਿਨ ਉਹ ਲਾਈਵ ਨਹੀਂ ਸੀ ਚੱਲ ਰਹੀ। ਤੇ ਤੈਨੂੰ ਮੈਂ ਕਿਹਾ ਸੀ ਕਿ ਟਿਕਟਾਕ ਤੇ ਤੂੰ ਮੈਨੂੰ ਲੱਗਦਾ ਹੈ ਫਾਲੋ ਪਤਾ ਨਹੀਂ ਕੀਤਾ ਹੈ ਕਿ ਨਹੀਂ ਕੀਤਾ। ਜਦੋਂ ਵੀ ਮੈਨੂੰ ਕਿਸੇ ਵੀ ਬਰਾੜ ਤੇ ਤੂੰ ਵੇਖੇ ਮੈਂ ਆਪਣੀ ਬਰਾੜ ਤੇ ਹੋਵਾਂ ਜਾਂ ਕਿਸੇ ਦੀ ਬਰਾੜ ਤੇ ਹੋਵਾਂ, ਉਹਨੂੰ ਲਾਈਵ ਕਰ ਦਿਆ ਕਰ ਬਸ। बेहतर हो गया जनाब, ਉਹ ਪੁੱਛੀਦਾ ਨਹੀਂ ਹੁੰਦਾ, ਫਿਰ ਉਹ ਕਰਕੇ ਬਹਿ ਜੀਦੇ ਹੁੰਦਾ ਹੈ। सही हो गया जी इंशाल्लाह। ਤੇ ਦੂਸਰਾ ਇਹ ਵੇ ਕਿ ਕਿਹਦਾ ਨਾਮ ਹੈ ਇਹ ਕੰਮ ਨੂੰ ਜਿਹੜਾ ਨਾ, ਇਹ ਕੰਮ ਬੜਾ ਵੈਸੇ ਜ਼ਬਰਦਸਤ ਹੈ ਕਿ ਜਿਹੜਾ ਤੂੰ ਟਿਕਟਾਕ ਨੂੰ ਲਾਈਵ ਕਰਨਾ ਹੈ, ਇਹ ਬੜਾ ਜ਼ਬਰਦਸਤ ਕੰਮ ਹੈ, ਯਕੀਨ ਮੰਨੋ। ਲੇਕਿਨ ਅਗਰ ਇਹ ਮੁਸਤਕਿਲ ਚੱਲੇ ਔਰ ਇਹਦੀ ਵੈਸੇ ਕਾਰਕਰਦਗੀ ਬੜੀ ਅੱਛੀ ਲੱਗ ਰਹੀ ਹੈ ਮੈਨੂੰ। ਕਿ ਇੱਧਰੋਂ ਅਸੀਂ ਟਿਕਟਾਕ ਤੇ ਬੈਠੇ ਹੁੰਦੇ ਆ, ਇੱਧਰੋਂ ਲਾਈਵ ਹੁੰਦਾ ਹੈ YouTube ਤੇ ਵੀ, ਤੇ ਬਿਹਤਰੀਨ ਅੱਛੀ ਗੱਲ। ਇਹ ਜ਼ਰੂਰੀ ਨਹੀਂ ਕਿ ਮੈਂ ਹੀ ਹੋਵਾਂ ਤੇ ਤੂੰ ਲਾਈਵ ਕਰ ਰਹੇ, ਬਲਕਿ ਆਪਣੇ ਮੁੰਡੇ ਜਿੰਨੇ ਵੀ ਹਬੀਬ ਸਾਹਿਬ ਮਿਸਾਲ ਹੈ ਤੂੰ ਲਾਈਵ ਕਰ ਦੇ। ਕੋਈ ਵੀ ਹੈ ਆਪਣੇ ਮੁੰਡਿਆਂ ਚੋਂ ਕੋਈ ਵੀ ਬਰਾੜ ਲੱਗੀ ਹੈ ਤੂੰ ਉਹਨੂੰ ਲਾਈਵ ਕਰ ਦਿਆ ਕਰ। इंशाल्लाह मुफ्ती साहब इंशाल्लाह। ਹਾਂ, ਉਬੈਦ ਕਰਦਾ ਵੇ ਤੇ ਉਹ ਵੀ ਲਾਈਵ ਜਾਣੀ ਚਾਹੀਦੀ ਹੈ, ਕਿਉਂਕਿ ਇਹ ਪਤਾ ਕੀ ਹੈ ਹਬੀਬ ਦੀ ਬਰਾੜ ਜਾਂ ਮਤਲਬ ਅਹਿਮਦ ਦੀ ਜਿਹੜੀ ਬਰਾੜ ਹੈ ਡੈਡ ਬਰਾਡਾਂ ਨੇ, ਇਹਨਾਂ ਦੇ ਉੱਤੇ ਕੋਈ ਹੁੰਦਾ ਹੀ ਕੋਈ ਨਹੀਂ, ਬਰਾੜ ਉੱਠਦੀ ਨਹੀਂ ਹੈ, ਇਹ ਜਾਮ ਬਰਾਡਾਂ ਨੇ। ਤੇ ਉਬੈਦ ਦੀ ਬਰਾੜ ਜਿਹੜੀ ਹੈ ਉੱਠਦੀ ਹੈ, ਸਮਝ ਆਈ ਕਿ ਨਹੀਂ। ਮੇਰੀ ਬਰਾੜ ਹੈ 100 150 ਬੰਦਾ ਬੈਠਾ ਹੁੰਦਾ ਹੈ, ਤੇ ਇੰਜ ਦੀਆਂ ਜਿਹੜੀਆਂ ਬਰਾਡਾਂ ਨੇ ਨਾ ਧੂਆਂਦਾਰ, ਉਹ ਲਾਈਵ ਹੋਣੀਆਂ ਚਾਹੀਦੀਆਂ। ਅਸਲਾਮੁਅਲੈਕੁਮ ਸ਼ਾਹ ਜੀ, ਇਹ ਤੁਹਾਡੀ ਬਰਕਤ ਹੈਗੀ ਹੈ, ਤੁਹਾਡੀ ਵਜ੍ਹਾ ਨਾਲ ਹੀ ਤੇ ਜਾਂਦੀਆਂ ਬਰਾੜਾਂ। ਹਾਂ, ਅਲਹਮਦੁਲਿਲਾ ਅਲਹਮਦੁਲਿਲਾ, ਇਹ ਤੁਹਾਡਾ ਹੀ ਕਹਿ ਲਓ ਕਿ ਤੁਹਾਡੀ ਵਜ੍ਹਾ ਨਾਲ ਹੀ ਇਹ ਹੁੰਦਾ ਹੈ, ਤੁਹਾਡਾ ਕੋਈ ਕਮਾਲ ਨਹੀਂ ਹੈ ਇਹਦੇ 'ਚ। ਹੋ ਜਾਏਗਾ ਸਭ ਕੁਝ ਸੈੱਟ ਹੋ ਜਾਏਗਾ। ਸਭ ਪਹਿਲੇ ਨਾ ਮੇਰੀ ਆਈਡੀਆਂ ਦੇ ਉੱਤੇ ਨਾ ਇਹਨਾਂ ਨੇ ਰਿਪੋਰਟਾਂ ਬਹੁਤ ਮਾਰੀਆਂ ਸਨ। ਹੁਣ ਅਲਹਮਦੁਲਿਲਾ ਅੱਲਾ ਦਾ ਬੜਾ ਸ਼ੁਕਰ ਹੈ ਕਿ ਹੁਣ ਠੀਕ ਆ, ਹੁਣ ਬਰਾੜ ਲਗਾ ਰਹੇ ਨਾ। ਨਾਲੇ ਗੱਲ ਹੈ ਵੇ ਕਿ ਇਹ ਟਾਈਮ ਵੇਖੋ ਨਾ 12 ਵੱਜ ਗਏ ਨੇ ਰਾਤ ਦੇ। ਹਬੀਬ ਸਾਹਿਬ ਜਿਹੜਾ ਬਰਾੜ ਲਾਉਣ ਦਾ ਜਿਹੜਾ ਟਾਈਮ ਹੈ ਨਾ, ਉਹ ਵੇ ਪਾਕਿਸਤਾਨੀ ਟਾਈਮ ਰਾਤ ਨੂੰ ਸਮਝ ਲਓ ਕਿ ਇਸ਼ਾ ਦੇ ਟਾਈਮ ਲੱਗ ਜੇ ਬਰਾੜ। ਹਰ ਇਸ਼ਾ ਦੇ ਟਾਈਮ ਬਰਾੜ ਲੱਗ ਕੇ ਰਾਤ ਦੇ ਤੱਕ ਬੈਠੇ ਰਹੋ, ਕੋਈ ਗੱਲ ਨਹੀਂ। ਇਹ ਤੇ ਉਹ ਟਾਈਮ ਹੈ ਕਿ ਤੁਸੀਂ ਮਤਲਬ ਲੋਕ ਸੋ ਗਏ ਨੇ। ਹੁਣ ਵੇਖੋ ਕਿ ਦੁਬਈ ਦੇ ਵਿੱਚ ਇਸ ਟਾਈਮ ਰਾਤ ਦੇ 11 ਵਜੇ ਜੇ, ਤੇ ਸਊਦੀਆ 'ਚ ਰਾਤ ਦੇ 10 ਵਜੇ, ਠੀਕ ਹੈ। ਤੇ ਕੰਮਾਂ ਕਾਜਾਂ ਤੋਂ ਆਉਂਦੇ ਨੇ ਲੋਕੀ ਤੇ ਸੋ ਜਾਂਦੇ ਨੇ। ਟਾਈਮ ਜਿਹੜਾ ਨਾ, ਟਾਈਮ ਦੀ ਮੈਨੇਜਮੈਂਟ ਬੜੀ ਜ਼ਰੂਰੀ ਹੈ ਜੀ। ਠੀਕ ਹੋ ਵੈਸੇ ਮਾਸ਼ਾਅੱਲਾ। ਨਾਲੇ ਦੂਸਰਾ ਇਹ ਵੇ ਕਿ ਪਤਾ ਕੀ ਹੈ, ਇੱਕ ਗੱਲ ਇਹ ਵੀ ਹੈ ਵੇ ਕਿ ਬਰਾਡਾਂ ਨੂੰ ਕਾਮਯਾਬ ਕਰਨ ਦਾ ਤਰੀਕਾ ਹੁੰਦਾ ਹੈ ਕਿ ਇੱਕ ਟਾਈਮ ਦਿੱਤਾ ਜਾਂਦਾ ਹੈ।
ਉੱਥੇ ਫਿਰ ਸਾਰਿਆਂ ਨੂੰ ਹੀ ਪਤਾ ਹੁੰਦਾ ਕਿ ਭਾਈ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਬਰਾੜ ਲੱਗਣੀ ਹੀ ਲੱਗਣੀ ਹੈ। ਉਹ ਇਹ ਤਰੀਕਾ ਕਾਰ ਜੀ ਬਰਾੜ ਜਦੋਂ ਮੁਸਲਸਲ ਲੱਗੇਗੀ ਨਾ ਤੇ ਫਿਰ ਸਹੀ ਹੋਏਗਾ। ਜੀ ਬਿਹਤਰ ਹੋ ਗਿਆ। ਪਰਸੋਂ ਵੈਸੇ 9 ਘੰਟੇ ਦੀ ਬਰਾੜ ਲੱਗੀ ਮਾਸ਼ਾਅੱਲਾ, ਤੇ ਕੋਈ ਵੀ ਕਿ ਅੱਲਾ ਦਾ ਸ਼ੁਕਰ ਹੈ ਕੋਈ ਮਸਲਾ ਨਹੀਂ ਆਇਆ ਕਿਸੇ ਕਿਸਮ ਦਾ। ਮੇਰੀ ਆਈਡੀ 9 ਘੰਟੇ ਬੈਠਣਾ ਬੜਾ ਅੱਲਾ ਦਾ ਬੜਾ ਆਸਾਨ ਰਿਹਾ। ਨਹੀਂ ਤੇ ਮੈਨੂੰ ਨਹੀਂ ਤੇ 2 ਘੰਟੇ ਵੀ ਸਭ ਬਰਦਾਸ਼ਤ ਕਰਦੇ। ਇਰਫਾਨ ਜੱਟ ਤੈਨੂੰ ਮੈਂ ਬਲਾਕ ਕਰਨ ਲੱਗਾ ਭਾਈ, ਦੌੜ ਜਾ। ਐਸੇ ਬਰਾੜ ਤੂੰ ਆਇੰਦਾ ਤੂੰ ਇੱਥੋਂ ਨਜ਼ਰ ਨਾ ਆਏ, ਦੌੜ ਜਾ। ਤੇ ਪਤਾ ਕੀ ਆਪਣੀਆਂ ਬਰਾਡਾਂ ਤੇ ਬੰਦੇ ਵੀ ਅਗਰ ਦੁਸ਼ਮਣ ਵੀ ਹੈ ਨਾ, ਦੁਸ਼ਮਣ ਵੀ ਕੋਈ ਲਾਇਕ ਕਿਸਮ ਦਾ ਦੁਸ਼ਮਣ ਹੋਣਾ ਚਾਹੀਦਾ। ਦੁਸ਼ਮਣ ਵੀ ਨਲਾਇਕ ਹੋਏਗਾ ਨਾ ਉਹ ਵੀ ਬਰਾਡਾਂ ਨੂੰ ਡੇਗਦਾ ਜੇ। ਹਾਂ ਦੁਸ਼ਮਣ ਵੀ ਕੋਈ ਲਾਇਕ ਜਿਹਾ ਹੋਏ ਨਾ। ਹੁਣ ਇਹ ਉਹ ਮੁਰੱਬੀ ਹੈ ਜਿਹੜਾ ਗਾਲਾਂ ਕੱਢਣ ਦੇ ਪੈਸੇ ਲੈਂਦਾ ਜਮਾਤ ਕੋਲੋਂ। ਉਹ ਹੀ ਨਾ ਗਾਲਾਂ ਇਹਦੇ ਕਦੀ ਕੋਈ ਕੰਮ ਦੀ ਕੋਈ ਕਦੀ ਕੋਈ ਗੱਲ ਕੀਤੀ ਹੋਏ ਸਿਵਾਏ ਗਾਲਾਂ ਤੋਂ। ਬਈ ਗੱਲ ਕਰੋ ਸਾਡੇ ਨਾਲ ਜਿਹੜੀ ਗੱਲ ਕਰਨੀ ਜੇ। YouTube ਤੇ ਵੀ ਇਸ ਟਾਈਮ ਸੁਣਿਆ ਲਾਈਵ ਹੋ ਗਈ ਏ ਤੇ ਕਾਦੀਆਨੀਓ ਆ ਜਾਓ, ਹੁਣ ਤਬਲੀਗ ਤੁਹਾਡੀ ਦੁਨੀਆ ਦੇ ਕਿਨਾਰਿਆਂ ਤੱਕ ਪਹੁੰਚ ਗਈ ਜੇ। ਆ ਜਾਓ ਜਲਦੀ ਆ ਜਾਓ, ਕੋਈ ਗੱਲਬਾਤ ਕਰ ਲਈਏ। ਚਲੋ ਵੀ ਚਲੋ ਕਾਦੀਆਨੀਆਂ ਨਿਕਲੋ ਬਾਹਰ। अस्सलाम वालेकुम मुफ्ती साहब। वालेकुम सलाम। क्या हाल चाल है आपका? तबीयत ठीक है? जी अल्हम्दुलिल्लाह जी, आप सुनाओ जनाब। करम अल्लाह दा अल्हम्दुलिल्लाह। मैं एक गुजारिश करनी सी कि अक्सर साथी जानते ने कि मेरी उर्दू जी है ना बिलखसूसन पढ़न लिखन दे विच बहुत ही कमजोर है, क्योंकि मैं पैदा ही बाहर मुल्क दे च होया हूँ। ਤੇ ਅਗਰ ਜੇ ਕਿਸੇ ਤਰੀਕੇ ਨਾਲ ਜਿਹੜੀ ਆਪ ਦੀ ਜਿਹੜੀ ਕਿਤਾਬਾਂ ਨੇ ਅਗਰ ਜੋ ਅੰਗਰੇਜ਼ੀ ਦੇ ਅੰਦਰ ਟ੍ਰਾਂਸਲੇਟ ਹੋ ਸਕਦੀਆਂ ਨੇ ਤੇ ਮੇਰੇ ਯਾਰ ਜੇ ਨਾਕਸ ਬੰਦਿਆਂ ਨੂੰ ਬੜਾ ਫਾਇਦਾ ਹੋ ਜਾਏ। ਅੱਛਾ ਹਾਂ, ਹੋਣੀਆਂ ਚਾਹੀਦੀਆਂ ਨੇ, ਬਿਲਕੁਲ ਹੋਣੀਆਂ ਚਾਹੀਦੀਆਂ ਨੇ। ਤੇ ਉਹ ਕਰੇਗਾ ਕੌਣ ਇਹਨੂੰ? ਤੇ ਉਹ ਕਹਿੰਦੇ ਨੇ ਕਿ ਜਿਹੜਾ ਖੜਕਾਏ ਕੁੰਡਾ, ਇਹ ਜਿਹੜਾ ਬੂਹਾ ਖੜਕਾਏ ਤੇ ਉਹ ਕੀ ਹੈ ਯਾਰ, ਉਹੋ ਹੀ ਕੁੰਡਾ ਖੋਲੇ ਹੈ ਜੀ। ਜਿਹੜਾ ਬੋਲੇ ਉਹ ਕੁੰਡਾ ਖੋਲੇ। ਜਿਹੜਾ ਬੋਲੇ ਉਹੀ ਕੁੰਡਾ ਕਰ ਸਕਦੇ ਆ। ਪਹਿਲੇ ਇਹ ਗੱਲ ਹੈਗੀ ਹੈ, ਪਹਿਲੇ ਆਪਦੀ ਇਜਾਜ਼ਤ ਲੈਣੀ ਪਵੇਗੀ। ਤੇ ਦੂਸਰਾ ਇਹ ਗੱਲ ਹੈਗੀ ਹੈ ਕਿ ਸਾਡੀ ਤੇ ਇਜਾਜ਼ਤ ਹੈ। ਅਸੀਂ ਤੇ ਵੇਖੋ ਬੜੀ ਦੇਰ ਦੀ ਇਜਾਜ਼ਤ ਦਿੱਤੀ ਹੈ ਕਿ ਮੁਖਤਲਿਫ ਜ਼ੁਬਾਨਾਂ ਦੇ ਵਿੱਚ ਟਰਾਂਸਲੇਟ ਹੋਣੀਆਂ ਚਾਹੀਦੀਆਂ ਨੇ। ਵੈਸੇ ਮੇਰੀਆਂ ਕਈ ਕਿਤਾਬਾਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਹੋਈਆਂ ਨੇ, ਉਹ ਅਸੀਂ ਅਪਲੋਡ ਕੀਤੀਆਂ ਨੇ ਆਪਣੇ ਚੈਨਲ ਤੇ ਜੀ। ਠੀਕ ਹੋ ਗਿਆ। ਲੇਕਿਨ ਸਾਹਮਣੇ ਜਿਹੜਾ ਟ੍ਰਾਂਸਲੇਟ ਕਰਨ ਵਾਲਾ ਵੀ ਹੈਗਾ ਮੇਰੇ ਖਿਆਲ ਦੇ ਮੁਤਾਬਿਕ ਉਹ ਵੀ ਸਾਹਮਣੇ ਕੋਈ ਆਲਮ ਹੀ ਹੋਣਾ ਚਾਹੀਦਾ, ਕਿਉਂਕਿ ਉਹਨੂੰ ਟਰਮੀਨੋਲੋਜੀ ਤੇ ਜਿਹੜੇ ਕੁਝ ਮਖਸੂਸ ਜਿਹੜੇ ਲਫ਼ਜ਼ ਨੇ ਉਹਨੂੰ ਪਤਾ, ਉਹਨੇ ਉਸ ਦਾ ਚੁਣਾਵ ਤੇ ਉਸ ਦਾ ਉਹ ਨਾ ਮੁੰਡਾ ਵੇ ਵੈਸੇ ਤੇ ਉਹ ਸਾਡਾ ਮੁਜਾਹਿਦ ਖਤਮੇ ਨਬੂਵਤ ਹੈ ਤੇ ਉਹ ਇਹ ਚੀਜ਼ਾਂ ਨੂੰ ਅੱਛਾ ਸਮਝਦਾ ਤੇ ਉਹਨੇ ਬੜਾ ਜ਼ਬਰਦਸਤ ਕੰਮ ਕੀਤਾ ਹੈ। ਹਾਂਜੀ ਤੇ ਲੇਕਿਨ ਇਹ ਵੇ ਕਿ ਤੁਸੀਂ ਜਦੋਂ ਕੋਈ ਕੰਮ ਕਰਨ ਲੱਗੋ ਇੱਕ ਵਾਰੀ ਮੈਨੂੰ ਪੁੱਛ ਲੈਣਾ ਹੈ, ਮੇਰੀ ਮੁਸ਼ਾਵਰਤ ਕਰ ਲੈਣੀ ਹੈ, ਕੋਈ ਕੰਮ ਡਬਲਿੰਗ ਨਾ ਹੋ ਜਾਏ ਕਿ ਪਹਿਲੇ ਉਹਦੇ ਤੇ ਕੰਮ ਅਸੀਂ ਕੀਤਾ ਹੈ ਤੇ ਉਤੋਂ ਤੁਸੀਂ ਵੀ ਕਰ ਦਿਓ ਤੇ ਉਹ ਫਿਰ ਡਬਲ ਹੋ ਜਾਏਗਾ ਨਾ। ਬਿਲਕੁਲ ਸੋਨਾ ਫਿਰ ਅਦਾਈ ਤਰੀਕਾ ਯਾਰ WhatsApp ਤੇ ਰਾਬਤਾ ਕਰਿਓ, ਫਿਰ ਤੁਹਾਨੂੰ ਮੈਂ ਕੋਈ ਚੀਜ਼ਾਂ ਸਮਝਾਵਾਂਗਾ। ਠੀਕ ਹੋ ਗਿਆ, ਬਿਹਤਰ ਹੋ ਗਿਆ ਇਨਸ਼ਾਅੱਲਾ। ਜਜ਼ਾਕੱਲਾਹ ਖੈਰ। उबैद अरबी सुना कैसी हुई है? शाह जी गल गुल कर लेना अरबी ना। अरबियां दियां बराडां बरूडां वेख्या करना जी। ठीक हो ते तू ना अरबी दी तैयारी कर जी। ठीक हो गया। अरबी बराड़ शुरू करनी है, अरबी बराड़ जी। ठीक हो गया। जो अरबी सीखनी है सही वाली लोकल जड़ी अरबी इत्थे बोलदे ने ना ਉਹ ਤੇ ਸਾਰੀ ਉਹ ਹੀ ਕਿ ਲੋਕਲ ਹੀ ਉਹ ਹੀ ਕਿ ਹੋਰ ਕਿਹੜੀ ਹੈ, ਯੱਲਾ ਛੱਲਾ ਹੀ ਕਰਨਾ ਹੀ, ਹੋਰ ਕੀ ਕਰਨਾ।
ਆ ਤੇ ਹੋਰ ਉਹ ਤੇ ਕਿਹੜਾ ਕੋਈ ਫਸੀਹ ਅਰਬੀ ਤੇ ਉਂਝ ਹੀ ਉਹਨਾਂ ਨੂੰ ਆਉਂਦੀ ਹੀ ਨਹੀਂ। ਬਿਲਕੁਲ। ਅਰਬੀ ਵਾਲੇ ਮੁੰਡੇ ਸਾਡੇ ਕੋਲ ਕੋਈ ਨਹੀਂ ਹੈ। ਇੰਗਲਿਸ਼ ਵਾਲੇ ਤੇ ਫਿਰ ਵੀ 4 ਬੰਦੇ ਹੈ ਨੇ, ਲੇਕਿਨ ਅਰਬੀ ਵਾਲੇ ਕੋ ਨਹੀਂ ਹੈ। शाह जी इंशाल्लाह ताला मैं कोशिश करांगा ज़रूर। ਹਾਂ ਕਰੋ ਭਾਈ, ਕਰੋ, ਲਾਜ਼ਮੀ ਕਰੋ, ਕਿਉਂਕਿ ਇਹਨਾਂ ਦੀ ਇਸਰਾਈਲ ਹਾਈਫਾ ਤੋਂ ਬਰਾਡਾਂ 'ਚ ਲੱਗਦੀਆਂ ਨੇ ਅਰਬੀ ਦੇ ਵਿੱਚ, जी जी ਕਾਦੀਆਨੀਆਂ ਦੀਆਂ। जी ਤੇ ਸਾਡੇ ਵੀ ਮੁੰਡੇ ਕੋਈ 2-4 ਹੋਣੇ ਚਾਹੀਦੇ ਨੇ। जी जी बिल्कुल इंशाल्लाह ताला ज़रूर। ਅਰਬੀ ਚ ਬੈਤ ਅਸਲ 'ਚ ਪਤਾ ਕੀ ਹੈ, ਇਹਦੇ ਵਿੱਚ ਨਾ ਗਰਮੀ ਚਾਹੀਦੀ ਹੈ ਆਦਲ ਭਾਈ। ਸਾਡੇ ਖਤਮੇ ਨਬੂਵਤ ਦੇ ਕੰਮ ਦੇ ਵਿੱਚ ਨਾ ਇੱਕ ਗਰਮੈਸ਼ ਚਾਹੀਦੀ, ਗਰਮੀ, ਜੀ ਜੋਸ਼, ਵਲਵਲਾ, ਜਜ਼ਬਾ, ਜਨੂਨ, ਸਮਝ ਰਹੇ ਹੋ ਕਿ ਨਹੀਂ? ਜਦੋਂ ਇਹ ਨਹੀਂ ਨਾ ਹੋਣਗੀਆਂ ਚੀਜ਼ਾਂ, ਕੁਝ ਵੀ ਨਹੀਂ, ਉਹ ਕੁਝ ਵੀ ਨਹੀਂ, ਉਹ ਟਾਈਮ ਪਾਸ ਹੀ ਹੋਏਗਾ ਵਿਚਾਰਾ। ਉਹ ਐਵੇਂ ਹੀ ਵਕਤ ਨੂੰ ਧੱਕਾ ਦਿੱਤਾ ਹੋਏਗਾ ਉਹਨੇ ਕਿ ਵਿਹਲੇ ਸਾਂ ਜੀ, ਚਲੋ ਜੀ ਅਸੀਂ ਕਿਹਾ ਚਲੋ ਸ਼ਾਹਰਾਂ ਦੀ ਬਰਾੜ ਤੇ ਚੱਲੀਏ। ਉਹ ਫਿਰ ਇੰਝ ਹੋਏਗਾ ਕਿਉਂਕਿ ਉਹਦੇ ਜਜ਼ਬਾ 'ਚ ਉਹਨੂੰ ਪਤਾ ਹੀ ਕੁਝ ਨਹੀਂ ਵਿਚਾਰੇ ਨੂੰ। ਉਹ ਆਪਣੀ ਜ਼ਿੰਮੇਵਾਰੀ ਕੁਝ ਸਮਝ ਹੀ ਨਹੀਂ ਨਾ ਰਿਹਾ ਕਿ ਮੇਰੀ ਵੀ ਕੋਈ ਜ਼ਿੰਮੇਵਾਰੀ, ਮੈਂ ਵੀ ਕੁਝ ਕਰਨਾ। ਤੇ ਜਿੰਨਾ ਤੀਕਰ ਤੁਸਾਂ, ਜਿੱਥੇ ਤੱਕ ਮੇਰੀ ਆਵਾਜ਼ ਜਾ ਰਹੀ ਹੈ ਤੇ YouTube ਦੇ ਤਵਸਤ ਦੇ ਨਾਲ ਵੀ ਅੱਗੇ ਆਵਾਜ਼ ਇਨਸ਼ਾਅੱਲਾ ਜਾਏਗੀ, ਫੇਸਬੁੱਕ ਦੇ ਤਵਸਤ ਨਾਲ ਜਾਏਗੀ ਕਿ ਭਾਈ ਆਪਣੇ ਅੰਦਰ ਵਲਵਲਾ ਪੈਦਾ ਕਰੋ ਥੋੜ੍ਹਾ ਜਿਹਾ ਤੇ ਆਪਣੀ ਜ਼ਿੰਮੇਵਾਰੀ ਸਮਝੋ ਕਿ ਇਹ ਕੰਮ ਮੈਂ ਕਰਨਾ ਹੈ। ਮੁਫਤੀ ਮੁਬਸ਼ਰ ਵਰਗਾ ਕੰਮ ਮੈਂ ਕਰਨਾ। ਜਿੰਨਾ ਤੀਕਰ ਉਹ ਵਲਵਲਾ ਨਹੀਂ ਆਣਾ, ਕੰਮ ਤੁਹਾਡਾ ਟੁਰਨਾ ਹੀ ਨਹੀਂ। ਇਹ ਗੱਲਾਂ ਨੇ। ਆਦਲ ਭਾਈ ਯਕੀਨ ਮੰਨੋ, ਅੱਲਾ ਵੱਡੇ ਬੋਲ ਤੋਂ ਬਚਾਏ, ਮੈਂ ਕਦੀ ਨਹੀਂ ਐਸੀ ਕੋਈ ਬੜਾਈ ਆਪਣੀ ਕੋਈ ਬਿਆਨ ਕੀਤੀ। ਬੜਾ ਅੱਲਾ ਕੋਲੋਂ ਡਰ ਲੱਗਦਾ, ਬਹੁਤ ਡਰ ਲੱਗਦਾ। ਆਇਜ਼ੀ ਔਰ ਇਨਕਿਸਾਰੀ 'ਚ ਹੀ ਅੱਲਾ ਦੇ ਹੁਕਮ ਨਾਲ ਰਹੀਦਾ, ਡਰ ਜਿਹਾ ਲੱਗਦਾ, ਬੜਾ ਡਰ ਲੱਗਦਾ। ਲੇਕਿਨ ਇਹ ਵੇ ਕਿ ਯਕੀਨ ਮੰਨੋ ਕਿ ਇਹ ਜਿੰਨੇ ਤੁਹਾਨੂੰ ਨਜ਼ਰ ਹੁੰਦੇ ਜੇ ਨਾ ਪਏ, ਜਿੰਨੇ ਵੀ ਨਜ਼ਰ ਹੁੰਦੇ ਜੇ ਪਏ, ਇਹ ਸਾਰਿਆਂ ਦੇ ਪਿੱਛੇ ਸਮਝ ਲਓ ਕਿ ਚਲੋ ਜ਼ਿਆਦਾ ਨਹੀਂ, ਆਜਜ਼ ਦਾ ਵੀ ਕੁਝ ਨਾ ਕੁਝ ਕੰਮ ਹੈ। ਸਮਝ ਆਈ ਕਿ ਨਹੀਂ? ਸੋਸ਼ਲ ਮੀਡੀਆ ਦੇ ਉੱਤੇ ਇਸ ਚੀਜ਼ ਦੀ ਬੁਨਿਆਦ ਅਗਰ ਮੈਂ ਮੁਬਾਲਗਾ ਨਾ ਕਰਾਂ ਤੇ ਅਸੀਂ ਹੀ ਰੱਖੀ ਸੀ। ਪਾਲਟਾਗ ਦੇ ਦੌਰ ਦੇ ਵਿੱਚ ਅੱਲਾਹੁ ਅਕਬਰ, ਅੱਲਾਹੁ। ਤੇ ਉਹਦੇ ਫਵਾਇਦ ਹੋਏ ਨੇ, ਬੜੇ ਤਿਆਰ ਹੋਏ ਨੇ, ਬੜੇ ਬੰਦੇ ਤਿਆਰ ਹੋਏ ਨੇ, ਬੜੀਆਂ ਰੌਣਕਾਂ ਲੱਗੀਆਂ ਨੇ। ਇਹ ਹੁਣ ਤੁਸੀਂ ਇੱਥੇ ਟਿਕਟਾਕ ਨੂੰ ਵੇਖ ਲਓ, ਜ਼ਿਆਦਾ ਦੂਰ ਕੀ ਜਾਣਾ। ਇਹ ਗੋ ਤੇ ਇਹ ਮੈਦਾਨ, ਟਿਕਟਾਕ ਤੇ ਸਭ ਤੋਂ ਪਹਿਲੇ ਮੈਂ ਆਇਆ ਜੇ। ਇਹ ਸਾਰੇ ਇਹ ਮੇਰੇ ਜਿਹੜੇ ਸ਼ਾਗਿਰਦ ਨੇ, ਇਹ ਮੇਰੇ ਪਿੱਛੇ ਪਿੱਛੇ ਆਏ ਜੇ। ਔਰ ਜਿੰਨੇ ਵੀ ਤੁਹਾਨੂੰ ਮਤਲਬ ਮੁਬੱਲਿਗੀਨ ਨੇ, ਖਤਮੇ ਨਬੂਵਤ, ਜਿੰਨੇ ਵੀ ਨਜ਼ਰ ਆ ਰਹੇ ਜੇ ਨਾ, ਉਹ ਸਮਝ ਲਓ ਕਿ ਮੇਰੇ ਪਿੱਛੇ ਪਿੱਛੇ ਆਏ ਜੇ। ਹਬੀਬ ਸਾਹਿਬ ਇੰਝ ਹੀ ਹੈ ਜੀ, ਬਿਲਕੁਲ ਐਂ ਕੋਈ ਮੁਬਾਲਗਾ ਤੇ ਨਹੀਂ ਕਰ ਛੜਿਆ ਮੈਂ, ਮੁਬਾਲਗਾ ਤੇ ਨਹੀਂ ਕਰ ਛੜਿਆ ਮੈਂ। ਨਹੀਂ, ਬਿਲਕੁਲ ਇਸੇ ਤਰ੍ਹਾਂ ਹੀ ਅਸੀਂ ਤੁਹਾਡੇ ਪਿੱਛੇ ਆਏ ਸਾਰੇ।
जितने भी लड़के ने सारे सारे से- टोटली कुल्लोहुम। और अज ते मिसाल है कोई 100-150 बराड़ लगी है तो समझ लो कि एक ही सी है इंज ही है ना, जी बिल्कुल। एक तो दो होइयां, दो तो चार होइयां, इंज करके फिर काम टुर पिया। फिर अगू इंज होया है ना कि मिसाल है तुसी आए सो ते फिर तुहाडे आन दी वजह तो तुहाडे दोस्त भी आ गए हैं, जी बिल्कुल हो सकता ਤੇ ਫਿਰ ਉਹਨਾਂ ਦੇ ਦੋਸਤਾਂ ਦੇ ਦੋਸਤ ਵੀ ਆ ਗਏ, ਉਹ ਕੰਮ ਟੁਰ ਹੀ ਪਿਆ ਮਾਸ਼ਾਅੱਲਾ। ਮੁਫਤੀ ਸਾਹਿਬ ਇਹਦੇ ਅੰਦਰ ਦੋ ਗੱਲਾਂ ਹੋਰ ਵੀ ਨੇ ਨਾ। ਇੱਕ ਪਹਿਲੀ ਇਹ ਗੱਲ ਹੈਗੀ ਹੈ ਕਿ ਮਾਸ਼ਾਅੱਲਾ ਕਈ ਲੋਕ ਤੁਹਾਡੇ ਕੋਲੋਂ ਹੀ ਪੜ੍ਹ ਕੇ ਫਿਰ ਜਿਹੜੇ ਉਸਤਾਦ ਕੋਲ ਪੜ੍ਹੇ ਨੇ ਬਾਅਦ ਨੂੰ ਉਹਨੂੰ ਹੀ ਗੱਲਾਂ ਕਰ ਰਹੀਆਂ। ਤੇ ਦੂਸਰਾ ਇਹ ਕਈ ਇਹੋ ਜਿਹਾ ਸ਼ਖਸ ਹੈਗੇ ਨੇ ਜੋ ਆਉਂਦੇ ਨੇ ਕਿ ਮੁਫਤੀ ਸਾਹਿਬ ਨੂੰ ਉੱਥੇ ਲਿਆਉਣਾ। ਉਹ ਜਿਹੜੀ ਗੱਲ ਹੈ ਨਾ, ਇਹ ਇੰਜ ਦੇ ਵਾਕਿਆਤ ਬੜੇ ਹੋਏ ਨੇ, ਇਹ ਕੋਈ ਪਹਿਲਾ ਜਾਂ ਆਖਰੀ ਵਾਕਿਆ ਨਹੀਂ ਹੋਇਆ ਮੇਰੇ ਨਾਲ ਜਿਹਦੀ ਗੱਲ ਤੁਸੀਂ ਕਰਦੇ ਹੋ ਪਏ। ਤੇ ਇੰਜ ਦੇ ਵਾਕਿਆਤ ਆਦਲ ਭਾਈ ਬੜੇ ਪਹਿਲੇ ਵੀ ਬੜੇ ਹੋਏ ਨੇ। ਇਹ ਪੁਰਾਣੇ ਬੰਦੇ ਬੈਠੇ ਨੇ, ਹਬੀਬ ਸਾਹਿਬ ਪੁਰਾਣੇ ਜੇ, ਤਕਰੀਬਨ ਤੁਹਾਡੇ ਸਾਰਿਆਂ ਦੇ ਚੋਂ ਹਬੀਬ ਜ਼ਿਆਦਾ ਪੁਰਾਣਾ ਹੈ, ਇਹ ਜਾਣਦੇ ਨੇ ਸਾਨੂੰ। ਬੜਾ ਕੁਝ ਹੋਏ ਤੇ ਬੜੇ ਬੜੇ ਹੋਏ ਨੇ। ਤੇ ਅਸੀਂ ਹੁਣ ਨਾ ਇਹਨਾਂ ਚੀਜ਼ਾਂ ਦੇ ਟ੍ਰੇਨਡ ਹੋ ਗਏ ਆ, ਆਦੀ ਹੋ ਗਏ ਆ, ਉਹ ਪਰਵਾਹ ਹੀ ਨਹੀਂ ਕਦੀ ਕੀਤੀ। ਉਹ ਜਾਓ ਯਾਰ, ਲੇਕਿਨ ਥੋੜਾ ਜਿਹਾ ਨਾ, ਕਦੀ ਥੋੜਾ ਜਿਹਾ ਹਲਕਾ ਜਿਹਾ, ਉਹ ਵੀ ਜ਼ਿਆਦਾ ਨਹੀਂ, ਸਿਰ ਤੇ ਨਹੀਂ ਸਵਾਰ ਕਰਾਈਦਾ, ਕਿ ਹਲਕਾ ਜਿਹਾ ਥੋੜਾ ਦੁੱਖ ਜਿਹਾ ਹੁੰਦਾ ਯਾਰ। ਵੇਖੋ ਤੁਸੀਂ ਕੱਲ ਤੱਕ ਸਾਨੂੰ ਉਸਤਾਦ ਜੀ ਤੇ ਮੁਫਤੀ ਸਾਹਿਬ ਤੇ ਅੱਜ ਪਾਗਲ ਹੋ, ਤੁਹਾਨੂੰ ਹੋਇਆ ਕੀ? ਪਾਗਲ ਹੋ ਗਏ? ਉਹ ਬਸ ਇੰਝ ਹੈ ਨਾ ਦੁਨੀਆਦਾਰੀ ਜੋ ਹੋਈ। ਸ਼ੈਤਾਨ ਵੇਖੋ ਨਾ ਹਰ ਇੱਕ ਦੇ ਨਾਲ ਹੈ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਨਹੀਂ ਮੁਫਤੀ ਸਾਹਿਬ ਨੂੰ ਅਸਲ ਲੱਗੇ ਆਏ ਆ ਟਿਕਟੌਕ ਦੇ ਵਿੱਚ। ਹਾਂ ਨਹੀਂ, ਉਹ ਵੈਸੇ ਕਿਸੇ ਕਦਰੇ ਸਹੀ ਕਹਿੰਦੇ ਨੇ ਕਿ ਉਹ ਮੈਸੇਜ ਗਏ ਸਨ 2-3 ਮੁੰਡਿਆਂ ਦੀ ਤਰਫੋਂ। ਬਾਰ ਮੈਨੂੰ ਕਿਹਾ ਜਾਂਦਾ ਸੀ ਕਿ ਭਾਈ ਟਿਕਟੌਕ ਤੇ ਬੜੇ ਕਾਦੀਆਨੀ ਤੰਗ ਕਰਦੇ ਨੇ ਪਏ, ਮੁਫਤੀ ਸਾਹਿਬ ਆਓ ਤੁਹਾਡੀ ਲੋੜ ਹੈ। ਤੇ ਉਹ ਗੱਲ ਠੀਕ ਹੈ, ਜਿਹੜੀ ਗੱਲ ਠੀਕ ਹੈ ਉਹ ਠੀਕ ਹੀ ਹੈ। ਬਸ ਫਿਰ ਇਹੀ ਗੱਲ ਦਾ ਤੁਹਾਡਾ ਖੁਲਾਸਾ ਦੱਸਦੀ ਹੈ ਨਾ ਕਿ ਤੁਸੀਂ ਕਿਸ ਉਹ ਆਜੀ ਨਾਲ ਕੰਮ ਕਰ ਰਹੇ ਹੋ। ਉਹ ਇੰਜ ਤੇ ਨਹੀਂ ਨਾ ਹੁੰਦਾ ਹੈ ਕਿ ਪੁੱਤਰ ਆਪਣੇ ਵਾਲਦ ਨੂੰ ਆਪਣੇ ਘਰ ਦਾਵਤ ਦਿੰਦਾ ਹੈ ਤੇ ਬਾਅਦ ਚੋਂ ਪਿਓ ਨੂੰ ਹੀ ਕਹਿਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਉਹਦੇ ਘਰ ਆ ਜਾਏ, ਲੈ ਤੂੰ ਪਿਓ ਬਣ ਕੇ ਬਹਿ ਗਏ। ਬਈ ਪਿਓ ਤੇ ਪਿਓ ਹੀ ਹੈ ਨਾ, ਉਹ ਭਾਵੇਂ ਤੇਰੇ ਘਰ ਹੁੰਦਾ ਜਾਂ ਨਾ ਹੁੰਦਾ, ਪਿਓ ਤਿੰਨੇ ਤੇ ਪਿਓ ਹੀ ਰਹਿਣਾ ਸੀ। ਕਿਉਂ ਆਦਲ ਭਾਈ? ਇਹੀ ਗੱਲ ਦਾ ਰੋਣਾ ਵਾ, ਇਹੀ ਗੱਲ ਤੁਸੀਂ ਬਿਲਕੁਲ ਸਹੀ ਫਰਮਾ ਰਹੇ ਹੋ ਤੇ ਬਿਲਖਸੂਸ ਸਾਡੇ ਉਲਮਾ ਸਾਡੇ ਅੱਖਾਂ ਦੇ ਸਰ ਤੇ ਨੇ। ਬਸ ਇੰਜੀ ਹੈ, ਸਾਫ ਤਾਂ ਲੱਗਾ। ਜਿਨ੍ਹਾਂ ਨੇ ਉਲਮਾ ਦੀ ਕਦਰ ਨਹੀਂ ਕੀਤੀ ਹੈ ਫਿਰ ਤਾਰੀਖ ਜਾਣਦੀ ਹੈ ਕਿ ਉਹਨਾਂ ਦਾ ਹਾਲ ਕੀ ਹੋਇਆ। ਬਸ ਇੰਨੀ ਜੀ ਗੱਲ। ਅੱਛਾ ਇਹ ਕੋਈ ਕਾਲਰ ਆਏ ਨੇ ਤੇ ਮੈਂ ਤੇ ਮੋਬਾਈਲ ਪਰਾਂ ਰੱਖਿਆ ਸੀ। ਭਾਈ ਨਵੇਂ ਬੰਦੇ ਨੂੰ ਪੁੱਛਿਆ ਕਰੋ। ਜੀ ਉਹ ਗੁਫ਼ਤਗੂ ਕਰ ਰਹੇ ਸੋ ਤੁਸੀਂ ਤੇ ਇਸ ਵਾਸਤੇ ਮੈਂ ਕਾਲਰ ਆਏ ਨੇ ਜਰਾ ਪੁੱਛੋ। ਤੇ ਤੁਸੀਂ ਕਾਲਰ ਉਹਨਾਂ ਤੱਕ ਚੁੱਕਿਆ ਹੀ ਨਾ ਕਰੋ। ਇਹ ਕੋਈ ਤਰੀਕਾ ਤੇ ਨਹੀਂ ਹੈ ਕਿ ਬਗੈਰ ਦੱਸਿਆ ਤੁਸੀਂ ਕਾਲਰ ਚੁੱਕ ਵੀ ਲਵੋ ਤੇ ਉਹ ਕਾਲਰ ਮੂੰਹ ਚੁੱਕ ਕੇ ਬੈਠਾ ਵੀ ਰਵੇ। ਇਹ ਕੋਈ ਤਰੀਕਾ ਮੈਂ ਨਹੀਂ ਜੇ ਸਮਝਦਾ ਸਹੀ ਹੋਏ। ਅਰਜ਼ ਕੀਤੀ ਹੈ ਕਿ ਕਾਲਰ ਨੂੰ ਚੁੱਕਣ ਤੋਂ ਪਹਿਲੇ ਉਹਦਾ ਨਾਮ ਬੋਲੋ, ਜੀ ਫਲਾਂ ਬੰਦੇ ਨੂੰ ਮੈਂ ਕਾਲ ਤੇ ਚੁੱਕਣ ਲੱਗਾ, ਉਹ ਸਾਰੇ ਅਲਰਟ ਹੋ ਜਾਣ। ਇਹ ਤਰੀਕਾਕਾਰ ਹੁੰਦਾ ਜੀ। इट्स साहब जी जनाब। जी बोलो जी। हमारे मुफ्ती साहब कैसे हैं? जी वालेकुम। बड़ा औखा नाम रखा जे, नाम की लिखिया जे? इट्स साकी। बोले बोले बड़ा कोई फलसफी ना है तुहाडा ते। अच्छा फरमाओ जी। नहीं जी हजरत आपा की फरमाना है, आपकी गुफ्तगू सुन रहे हैं, असं तो बस आ गए हैं। कोई ना सौखा जा रखो, साकी भाई साकी कर लो। हाँ जी
ठीक है सर जी। मैं सिर्फ साकी ही बड़ा बेहतरीन है, जी ठीक है मुफ्ती साहब। साकी भी बेहतरीन, इट्स साकी की वो काम खराब हो जाता है। अच्छा कोई गलबात करनी है तो कर लो, नहीं तो नाल तुहाडे बैठे ने मेहर साहब, फिर उन्हां दी तरफ जाना जी है। जी जी मुफ्ती साहब मेहर साहब तो सुनो, असी इंशाल्लाह थोड़ी गुफ्तगू सुन रहे हैं, माशाल्लाह बहुत प्यारी गुफ्तगू कर दो, अल्लाह तुम्हें सजाए खैर दे जी। जी जज़ाकल्लाह जी। मेहर साहब जनाब। अस्सलाम वालेकुम रहमतुल्लाह। मेरा सलाम तमाम मुसलमानों के लिए, कादियानिया, गोबर छैया और मिर्दे छोटे बड़े दलानत बेशुमार तेज रफ्तार हर बार लगातार। शाह जी मेरा एक सवाल है। जी जी वालेकुम। शाह जी सवाल है कि की मिर्जा कादियानी इंसान सीगा? नहीं ਉਹਦੀਆਂ ਤਹਰੀਰਾਂ ਦੇ ਵਿੱਚੋਂ ਤੇ ਲੱਗਦਾ ਹੈ ਕਿ ਨਾ ਹੀ ਉਹ ਇਨਸਾਨ ਸੀ ਤੇ ਨਾ ਹੀ ਉਹ ਜਾਨਵਰ ਸੀ ਤੇ ਨਾ ਹੀ ਉਹ ਕੋਈ ਪੱਥਰ ਸੀ, ਉਹ ਇੱਕ ਗੋਰਖ ਦੰਦਾ ਸੀ। ਇਨਸਾਨ ਵੀ ਬਣਦਾ ਹੈ, ਇਨਸਾਨ ਦੇ ਵਿੱਚ 3 ਕੈਟਾਗਰੀਆਂ ਹੁੰਦੀਆਂ ਨੇ, ਮਰਦ, ਔਰਤ ਤੇ ਹਿਜੜਾ, ਉਹ ਤਿੰਨੇ ਬਣਦਾ ਪਿਆ। ਵਕਤ ਆਉਣ 'ਤੇ ਜ਼ਨਾਨੀ ਵੀ ਬਣ ਜਾਂਦਾ ਹੈ, ਬੰਦਾ ਵੀ ਬਣ ਜਾਂਦਾ, ਖੁਸਰਾ ਵੀ ਬਣ ਜਾਂਦਾ। ਫਿਰ ਉਹ ਆਪਣੇ ਆਪ ਨੂੰ ਕਹਿੰਦਾ ਹਜਰੇ ਅਸਵਦ ਵੀ ਮੈਂ ਹੀ ਹਾਂ, ਪੱਥਰ ਬਣ ਜਾਂਦਾ। ਫਿਰ ਉਹ ਆਂਦਾ ਸ਼ੇਰ ਮੈਂ ਵਾਂ, ਲੋ ਜੀ ਜਾਨਵਰ ਬਣ ਗਿਆ ਜੇ। ਫਿਰ ਜਨਾਬ ਉਹ ਹਿੰਦੂ, ਸਿੱਖ, ਈਸਾਈ, ਯਹੂਦੀ ਇਹਨਾਂ ਸਭ ਦੇ ਜਿਹੜੇ ਵੱਡੇ ਸਨ ਨਾ, ਉਹ ਆਂਦਾ ਮੈਂ ਹੀ ਹਾਂ। ਜ਼ਰਤਸ਼ਤ ਮੈਂ ਵਾਂ, ਰਾਮਾ ਮੈਂ ਵਾਂ, ਬੁੱਧਾ ਮੈਂ ਵਾਂ, ਕ੍ਰਿਸ਼ਨ ਕਨਈਆ ਮੈਂ ਜੇ, ਬਾਬਾ ਗੁਰੂ ਨਾਨਕ ਵੀ ਮੈਂ ਜੇ। ਦੱਸੋ ਹੁਣ ਕੋਈ ਗੱਲ ਕੋਈ ਸਮਝ ਆਉਂਦੀ? ਅੱਛਾ ਸ਼ਮਸੋ ਕਮਰ ਵੀ ਆਂਦਾ ਮੈਂ ਹੀ ਹਾਂ। शाह जी मतलब ये है कि ना ਇੱਕ ਜਗ੍ਹਾ ਉਹਨੇ ਆਪਣੇ ਆਪ ਨੂੰ ਆਸਮਾਨ ਵੀ ਕਿਹਾ ਹੈ, ਆਪਣੇ ਆਪ ਨੂੰ ਉਹਨੇ ਜੰਨਤ ਦੋਜ਼ਖ ਵੀ ਕਿਹਾ ਅਜੇ। ਦੱਸੋ ਉਹਨੇ ਕਾਇਨਾਤ ਦੀ ਕੋਈ ਚੀਜ਼ ਛੱਡੀ ਹੋਏ? ਅੱਲਾ ਉਹ ਬੰਦਾ ਹੈ, ਅੱਲਾ ਦਾ ਪੁੱਤਰ ਉਹ ਬੰਦਾ ਜੇ, ਅੱਲਾ ਦੀ ਬੀਵੀ ਉਹ ਬੰਦਾ ਜੇ ਪਿਆ। ਉਹ ਦੱਸੋ ਉਹ ਮਿਰਜ਼ਾ ਕੀ ਸ਼ੈ ਸੀ? शाह जी मतलब मुतनाज़ शख्सियत है ना, शख्सियत है ही नहीं, मुतनाज़ है ना। एक चीज मुतनाज़ है, एक चीज मुतनाज़ होवे और हुज्जत हो ਨਹੀਂ ਉਹ सकती ਤੁਸੀਂ है ਮੁਤਨਾਜ਼ੇ कादियानिया दे ਨਹੀਂ ਕਹਿ मुताबिक। ਸਕਦੇ, ਇਹਨੂੰ ਗੋਰਖ ਦੰਦਾ ਕਹਿ ਸਕਦੇ ਹੋ ਕਿ ਜਿਹੜਾ ਨਾ ਸਮਝ ਆਏ, ਪਤਾ ਹੀ ਨਹੀਂ ਜੀ ਇਹ ਸ਼ੈ ਕੀ ਬਲਾ ਸੀ। वही ना शाह जी, मतलब एक चीज का पता ही नहीं है की है, वो हुज्जत हो सकती है। ਤੁਸੀਂ ਇੰਜ ਸਮਝ ਲਓ ਨਾ ਕਿ ਕੁੱਤੇ ਦੀ ਟੱਟੀ ਉਹਨੇ ਰੋਡ ਦੇ ਉੱਤੇ ਕੀਤੀ ਸੀ ਤੇ ਨਾਲ ਨਾ ਬੱਕਰੀਆਂ ਲੰਘਦੀਆਂ ਸਰ ਪਿਆ, ਉਹਦੀਆਂ ਮੀਂਗਣਾ 2-3 ਉਹਦੇ ਉੱਤੇ ਪੈ ਗਈਆਂ। ਨਾਲ ਹੀ ਜਨਾਬ ਇੱਕ ਮੱਝ ਲੰਘੀ ਆ ਤੇ ਮੱਝ ਨੇ ਉਹਦੇ ਉੱਤੇ ਆਪਣਾ ਗੋਬਰ ਕਰ ਦਿੱਤਾ। ਹੁਣ ਉਹ ਜਿਹੜੀ ਇੱਕ ਚੀਜ਼ ਤਿਆਰ ਹੋਈ ਹੈ ਨਾ, ਉਹ ਸਮਝ ਲਓ ਹਜ਼ਰਤ ਮਿਰਜ਼ਾ ਸਾਹਿਬ ਮਖਲੂਤ। ਹੁਣ ਸਮਝ सो कोल्ड हजरत मिर्जा साहब, शाह जी सो कोल्ड हजरत मिर्जा ਜੀ साहब। ਜੀ 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 ਉਹਨੂੰ ਨਾ ਹੀ ਤੇ ਹੁਣ ਤੁਸੀਂ ਕੁੱਤੇ ਦੀ ਟੱਟੀ ਕਹਿ ਸਕਦੇ ਹੋ ਤੇ ਨਾ ਹੀ ਬੱਕਰੀ ਦੀ ਤੇ ਨਾ ਹੀ ਮੱਝ ਦੀ। ਬੰਦਾ ਜਾਏ ਤੇ ਜਾਏ ਕਿੱਥੇ? ਤੇ ਉਤੋਂ ਸੋਨੇ ਤੇ ਸੁਹਾਗਾ ਕਿ ਕੋਈ ਮਾਈ ਵੀ ਉਹਦੇ ਉੱਤੇ ਬਹਿ ਕੇ ਕਰਦੇ ਥੋੜੀ ਜਿਹੀ। ਹੁਣ ਦੱਸੋ ਕੀ ਬਣੇ? ਹੁਣ ਸਹੀ ਮਿਰਜ਼ਾ ਜੀ ਤਿਆਰ ਹੋਣਗੇ। कुल मिला के शाह जी वो गलाजत का ढेर बनना वा। लेकिन नहीं वो गलाजत दा ढेर किसी एक इंसान दी या किसी एक जानवर दी नहीं कह सकते। वो एक गोरख दंदा बनया कि नहीं बनया? हर चीज मिक्स हो गई है। उन्होंने की कहोगे तुसी? ना ही तो किसी काम भी नहीं आनी, ਨਾ ਹੀ ਉਹਦੇ ਕੋਈ ਥਾਪੀ ਬਣਾ ਕੇ ਬੰਦਾ ਉਹਨੂੰ ਸਾੜਨ ਦੇ ਵੀ ਕੰਮ ਨਹੀਂ ਕਿ ਭਾਈ ਉਹਦੇ ਵਿੱਚ ਮਿਕਸ ਹੋ ਗਿਆ ਕੰਮ। ਹੁਣ ਦੱਸੋ ਨਾ, ਹੁਣ ਬੰਦਾ ਜਾਏ ਤੇ ਜਾਏ ਕਿੱਦਾਂ? शाह जी मतलब एक कुल मिला के एक गलाजत बनी है, उस गलाजत दे विचों की सफाई पैदा हो सके? नहीं गलाजत ना कहो तुसी, इत्थे हजरत मिर्जा दसुंधी साहब कह लो तो ज्यादा मुनासिब हो। हजरत साहब की शान
ਸ਼ਾਨ ਦੇ ਸ਼ਾਯਾਨੇ ਸ਼ਾਨ ਤੁਸੀਂ ਥੋੜਾ ਜਿਹਾ ਲਫ਼ਜ਼ ਬੋਲੋ ਨਾ, ਕਿਉਂਕਿ ਹਜ਼ਰਤ ਜੀ ਦੀ ਸ਼ਾਨ हाँ ਬੜੀ ਹੈ, शाह जी कि मतलब ये ਆਲਾ ਔਰਫਾ ਸ਼ਾਨ। जी जी बिल्कुल ਆਹ शाह जी उतो मतलब एक चीज बुराई दा मजमा बन गया ना वो बुराई दा मजमा बंदे। मतलब हर बुराई उतो निकल रही है, हर गंदी चीज उतो पैदा हो रही है, हर मतलब कह लो कि दुनिया दी जड़ी तुसी इंज कह गंदी लो, तो हाँ, गंदी मजूने चीज उतो मुरक्कब। पैदा हो रही है। माजूने मुरक्कब ही कह लो, हाँ, या वो ही कह लो जो मिर्जा जी ने फरमाया सी नस्लें हैं शाह जी- मेरी बेशुमार। क्योंकि मजूने मुरक्कब भी हजरत जी है जे, ते नस्लां भी हजरत जी दियां ढेर नस्लां ने, हजरत जी खुद फरमांदे ने। हजरत साहब की शान बड़ी आला उर्फ है। क्यों आदल भाई? जी मुफ्ती साहब बिल्कुल दुरुस्त फरमाया तुसी। हजरत साहब की शान बहुत आला उर्फ है, ते मतलब घटानी नहीं है शान, ते बड़ी वधा चढ़ा के हजरत जी की शान बयान करनी है। नहीं ते जी ठीक हो गया शाह जी, बहुत शुक्रिया, अस्सलाम वालेकुम, मैं चले जा रहे हैं। जी वालेकुम अस्सलाम, वालेकुम अस्सलाम। अंजम बड़ी अतारी साहब रूहानी ने जड़ी है ना, हाँ जी आन दियो आन दियो। जी ਅੱਜ ਕਿਸੇ ਰੂਹਾਨੀ ਜੀ ਬਲਵਾਨ ਗੁਫ਼ਤਗੂ ਚੌਕ ਹੋਈ। ਵਿੱਚ ਮੁਫਤੀ ਸਾਹਿਬ ਮੁਤਲਾ ਸ਼ਲਵਾਰ ਦੀ ਫੋਟੋ ਬੜੀ ਵੱਡੀ ਲਈ ਮਰਪੀ ਜਿਆੜੀ ਰੱਖ ਲੋਤੇ ਆ। ਮੈਂ ਇਹ ਕਿਹੜੀ ਤਬਲੀਗ ਕਰਦਾ ਮੈਂ ਲੱਗਿਆ ਕੰਜਰ ਸਿਆ ਪੁੱਤਰਾ ਤੂੰ। हाँ अच्छा जी, ये कौन तशरीफ ले आया जी? अंजुम अंजम अतारी अंजुम साहब जी जनाब। अस्सलाम वालेकुम वरहमतुल्लाहि वबरकातुहू। वालेकुम अस्सलाम व रहमतुल्लाह। जी अल्हम्दुलिल्लाह। माशाल्लाह। ये उस्ताद मोहतरम मदीना शरीफ से वापसी आओगी? हाँ जी मदीना शरीफ तो छुट्टी ते आए जे, ते दुआ फरमाओ हज शरीफ तो बाद फिर वापसी है इंशाल्लाह। इंशाल्लाह माशाल्लाह। पाकिस्तान में? जी 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 पाकिस्तान की तुसी कह सकते हो कि मुफ्ती साहब मदीने ही ने, माशाल्लाह। क्योंकि साडी गुजर बसर जड़ी है ना, रूहानी गुजर बसर है, दिन रात रूहानियत दे विच असीं रहने हैं। अल्लाह अकबर। उस्ताद मोहतरम मेरे वास्ते दुआ करें। मेरी शादी में 15 साल हो गए ने, औलाद नहीं है। दुआ फरमाओ औलाद नरीना का। औलाद नहीं है जी जी ते कोई वजीफा वगैरह कदी कीता होए तुसां? जी जी उदो कितना है जी, फिर मजीद तो ਤੁਹਾਡੇ ਕੋਲ ਹੈ ਤੇ मैं WhatsApp ਤੇ ਰਾਬਤਾ ਕਰ ਦੇਣਾ। नहीं WhatsApp ते कि एडा कोई लुकिया वजीफा नहीं, असीं ओपन तुहानूं दसने आ, वजीफा करो ते औलाद इंशाअल्लाह ताला ना होई ते मैनूं निवें था बिठा लिया जे। जी जी इंशाल्लाह करें। हाँ अच्छा वजीफा ऐ वे कि तुसां नोट कर लो, कोई कापी पेंसिल कोल रख लो ते ऐ ना होए भुल ना जाया जे। वजीफा बड़ा कीमती जे। नमाज 5 टाइम नमाज तो बाद एक अख बंद करनी जे ते एक खोलनी जे। वो भावें समझे ना समझे, मैं समझ गया। नहीं एक मिनट वजीफा असल च तुसी हसे तां हो, ਇਹ वजीफा पहले भी मैं दसिया ਸੀ ਨਾ ਇੱਕ ਬੰਦੇ ਨੂੰ, ਤੇ ਉਹ ਮੈਂ ਸ਼ੇਅਰ ਕੀਤਾ ਸੀ ਗਾਲਬਨ, ਤੇ ਤੁਹਾਨੂੰ ਸਮਝ ਆ ਗਈ ਹੈ। ਅੱਛਾ ਜੀ ਇੱਕ ਅੱਖ ਬੰਦ ਕਰਨੀ ਹੈ ਤੇ ਇੱਕ ਖੋਲ ਕੇ, ਤੇ 526 ਯਾਰੀ ਮਈ ਦਾ ਮਹੀਨਾ ਪੰਜਵਾਂ ਹੀ ਬੰਦਾ ਨਾ, 526 ਯਾਰੀ ਜਿਹੜਾ ਨਾ, ਤੇ ਨਜ਼ਰ
ਜਿਹੜੀ ਹੈ ਨਾ ਇੱਕ ਅੱਖ ਜਿਹੜੀ ਖੋਲੀ ਸਾਜੇ ਉਹ ਤੁਸੀਂ ਵੇਖਣਾ ਨਾਫ ਤੋਂ 10 ਉਂਗਲ ਥੱਲੇ ਨਜ਼ਰ ਉੱਥੇ ਹੋਣੀ ਚਾਹੀਦੀ ਤੇ ਮੂੰਹ 'ਚ ਤੁਸੀਂ ਪੁਕਾਰਨਾ 526 ਵਾਰੀ ਲੱਖ ਦੀ ਲਾਨਤ ਮਿਰਦਿਆ ਕਾਣਿਆ ਤੇਰੇ ਤੇ। ਇਹ ਪੰਜਾਬੀ 'ਚ ਕਹਿਣਾ ਜੇ 526 ਵਾਰੀ। ਯਕੀਨ ਮੰਨੋ ਇਹ ਵਜ਼ੀਫਾ ਕਰੋ ਤੇ ਅੱਲਾ ਸੋਹਣੇ ਦੇ ਹੁਕਮ ਨਾਲ ਬਹੁਤ ਜਲਦ ਅੱਲਾ ਤੁਹਾਨੂੰ ਔਲਾਦੇ ਨੂਰੀਨਾ ਤੋਂ ਨਵਾ ਦੇਗਾ ਤੇ ਉਹਨੂੰ ਤੁਸੀਂ ਫਿਰ ਮੁਜਾਹਿਦੇ ਖਤਮੇ ਨਬੂਵਤ ਬਣਾਉਣਾ ਹੈ ਤੇ ਫਿਰ ਆਪਣੇ ਪੁੱਤਰ ਨੂੰ ਇਹ ਦੱਸਣਾ ਹੈ ਕਿ ਮੁਫਤੀ ਮੁਬਸ਼ਰ ਨੇ ਵਜ਼ੀਫਾ ਦੱਸਿਆ ਸੀ ਤੇ ਮਿਰਜ਼ੇ ਤੇ ਲਾਨਤ ਪਾਉਣ ਦੀ ਵਜ੍ਹਾ ਨਾਲ ਤੂੰ ਪੈਦਾ ਹੋਇਆ ਮੇਰਾ ਪੁੱਤਰ ਤੇ ਹੁਣ ਪੂਰੀ ਆਪਣੀ ਜ਼ਿੰਦਗੀ ਤੂੰ ਮਿਰਜ਼ੇ ਕਾਨੇ ਦੇ ਉੱਤੇ ਲਾਨਤ ਪਾਉਂਦਿਆਂ ਤੇਰੀ ਗੁਜ਼ਰਨੀ ਚਾਹੀਦੀ। ਅੰਜੁਮ ਭਾਈ ਗੱਲ ਸਮਝ ਆਈ ਹੈ ਕਿ ਨਹੀਂ ਆਈ? जी लगता है उन्होंने जी जी मैं पहना आ गई समझ माशाल्लाह। नहीं सिर्फ दंदियां ही ना कड्डी जाए जा वजीफा करना भी जे जी जरूर इंशाल्लाह करो मैं कि करांगा अल्लाह सोने दे हुक्म नाल अल्लाह तोनु पुत्र तो नवा देगा इंशाअल्लाह ताला। जाओ इंशाल्लाह आज असी भी वजद दे विच आके तोनु ये वजीफा दसे माशाल्लाह तबीब भाई अल्लाह अकबर। नहीं वजीफा है ही बड़ा जबरदस्त है जी, कुछ शक जी नहीं जी है जी जी क्योंकि ਇਹਦੇ 'ਚ ਨਾ ਮੇਰੀ ਗੱਲ ਸੁਣੋ ਬੜੀ ਜ਼ਬਰਦਸਤ ਵਿਚਲੀ ਗੱਲ ਹੈ। ਵਜ਼ੀਫਾ ਹੀ ਬਣਾਓ ਇਹਦੇ ਵਿਚਲੀ ਗੱਲ ਹੈ। ਦੇਖੋ ਜਦੋਂ ਤੁਸੀਂ ਲਾਨਤ ਪੜ੍ਹਦੇ ਹੋ ਨਾ ਮਿਰਜ਼ੇ ਕਾਣੇ ਦਜਾਲ ਕਾਦੀਆਨੀ ਕਜ਼ਾਬ ਲਈਨ ਤੇ ਮਕਾਤੇ ਤੁਸੀਂ ਤਹਫ਼ੁਜ਼ ਖਤਮ ਨਬੂਵਤ ਕਰਦੇ ਹੋ। ਜਦੋਂ ਤੁਸੀਂ ਤਹਫ਼ੁਜ਼ ਖਤਮ ਨਬੂਵਤ ਕਰਦੇ ਹੋ ਉਹਦੀਆਂ ਬਰਕਤਾਂ ਬਹੁਤ ਜ਼ਿਆਦਾ। जी जी ਸਮਝ ਆ ਗਈ ਜੀ? जी माशाल्लाह ऐसे तरह ਉਹਨਾਂ ਨੇ ਕੋਈ ਗਲਤ ਨਹੀਂ ਦੱਸਿਆ। ਬਰਕਤਾਂ ਕਿਉਂ ਨਾ ਹੋਣ ਭਾਈ, ਬਰਕਤਾਂ ਕਿਉਂ ਨਾ ਹੋਣ ਕਿ ਤੁਸੀਂ ਇਹ ਵੀ ਤੇ ਵੇਖੋ ਨਾ ਕਿ ਨਾਫ ਤੋਂ 10 ਉਂਗਲ ਥੱਲੇ ਹਜ਼ਰਤ ਮਿਰਜ਼ਾ ਜੀ ਸਨ, ਨਜ਼ਰ ਤੇ ਉਹਦੇ ਤੇ ਸੀ, ਬਰਕਤ ਤੇ ਆਪੇ ਹੀ ਪੈਣੀ ਹੈ। ਬਰਕਤ ਪੈਗੀ ਵੇਖੋ ਸਹੀ ਤੁਸੀਂ ਬੰਦਾ ਕੀ ਵਜ਼ੀਫਾ ਕਰੋ ਤੁਸੀਂ ਬਸ अल्लाह खैर फरमाएगा। मैं सुबह फजर से शुरू करना बिल्कुल ठीक हो गया ते मैनू तो लगता है अल्लाह सोने के हुक्म नाल कल फजर तो बाद परसों वाली फजर नूं तुहानूं अल्लाह के हुक्म नाल हो सकता है तुहानूं खुशखबरी भी लभ जाए। देखो सही जी जी जरूर इंशाल्लाह। हाँ अच्छा एक दसनी गल भुल गया कि नमाज तो बाद ना वुजू तोड़ लिया जे, वुजू तोड़ के करना जे वजीफा। इसका चट लगना हाँ नहीं नहीं मुसल्ले तो भी नाले थोड़ा जा ओनू चुम चुम मसाला भी ठप देना, ठप के साइड पे होना है। छत के साइड ते होना, इशारा तर मिर्जे ने चुम लेना। अल्लाह मरो कादियानी हो, आओ काल ते मरो आओ। मिट्टी पलीत हो गई ये नहीं रूहानी बातें हैं भाई, तुसी मिट्टी पलीत तो रूहानी बातें हैं। अच्छा मुझसे मेरा भी एक सवाल है, कभी मिर्जा कादियानी ने भी कभी किसी को वजीफा दसिया सी क्या करया कर भाई? हाँ जी आहो वो उस्ताद साहब वही दस रहे ने दुआ वही दसते ने हवाला जात ना दस रहे ने तो वही दस वजीफा दसिया ते है सी उन्हें
ਉਹ ਮਿਰਜ਼ਾ ਕਾਦੀਆਨੀ ਇਨ ਹੀਰਾ ਮੰਡੀ ਦੇ ਵਿੱਚ ਇੱਕ ਰਿਸਾਲਾ ਵੇ ਮਿਰਜ਼ਾ ਕਾਦੀਆਨੀ ਕੰਜਰੀਆਂ ਕੇ ਜੁਰਮਟ में ਉਹਦੇ ਵਿੱਚ ਕੋਕੋ ਐਸ ਕੁੱਤੇ ਦੇ ਪੁੱਤਰ ਦੀ ਜਿੰਨੀ ਬੇਇੱਜ਼ਤੀ ਕੀਤੀ ਜਾਏ ਨਾ ਅੱਲਾ ਦੀ ਕਸਮ ਘੱਟ ਹੈ, ਜਿੰਨੀ ਇਹਦੀ ਮਿੱਟੀ ਪਲੀਤ ਕਰੋ ਘੱਟ ਹੈ। ਕੋਕੋ ਮਾਈ ਨੂੰ ਇਹਨੇ ਵਜ਼ੀਫਾ ਦੱਸਿਆ ਸੀ, ਬਾਅਦ 'ਚ ਜਲੇਬੀਆਂ ਕੱਢ ਕੇ ਲਿਆਈ ਸੀ। ਉਹ ਪੜ੍ਹਿਆ ਜੇ ਬੜਾ ਮਜ਼ੇਦਾਰ ਜੇ ਕੋਕੋ ਮਾਈ ਵਾਲਾ, ਯਕੀਨ ਮੰਨ। ਆਹ ਮੈਂ ਅੱਜ तो वजीफा बड़ा दबा अजीब नमूना सी अल्लाह दी कसम है। हजरत जी ने गरारा पाया है, थले चूड़ी पजामा है, पूरे घर दियां चाबियां नारे नाल बनियां ने ते एक अख बंद की है, हाथ च लोटा फड़े है। अजीब कैफियत है यार, लख दी लानत है, मसीह है। ਟੋਂਡਾ ਝਟਪਟ ਟੂਟੀ ਲੋਟੇ ਦੀ ਮੂੰਹ ਲਾ ਇੱਕ ਅੱਖ हाँ सज्जे हाथ टूंडा सी, सज्जे हाथ टूंडा है, दौर फुटे मुंह। ਮਤਲਬ ਉਹਨੂੰ ਨਾ ਜਿਹੜੀ ਨੁਸਰਤ ਜਹਾਂ ਬੇਗਮ ਨੇ ਪੂਰੇ ਜਹਾਂ ਕੀ ਬੇਗਮ, ਉਹਨੂੰ ਮਿਰਜ਼ਾ ਕਾਦੀਆਨੀ ਕਹਿੰਦਾ ਮੈਂ ਬਈ ਇਸ਼ਤਿਹਾਰ ਦਰਾਂਗੇ ਸੁਣਾ ਰਿਹਾ, ਬਹਾਲਾ ਨਾ ਮੰਗ ਲਿਆ ਜੇ। ਉਹ ਨਾ ਮਿਰਜ਼ਾ ਨੂੰ ਕਹਿੰਦਾ ਵੇ ਕਿ 10 ਵਜੇ ਤੇਰੇ ਲਈ ਮੈਂ ਤਾਰੇ ਤੋੜ ਲਿਆਵਾਂ ਅਸਮਾਨ ਤੋਂ, ਜਾਂ ਪਹਾੜਾਂ 'ਚੋਂ ਸੋਨਾ ਕੱਢ ਲਿਆਵਾਂ, ਸਮੁੰਦਰ 'ਚੋਂ ਮੈਂ ਮੋਤੀ ਕੱਢ ਲਿਆਵਾਂ, ਨੁਸਰਤ ਜਹਾਂ ਤੋਂ ਇੱਕ ਵਾਰੀ ਮੈਨੂੰ ਦੱਸ ਸਹੀ। ਉਹਨੇ ਹੱਥ ਜੋੜ ਕੇ ਆਖਿਆ ਨਹੀਂ ਮਿਰਜ਼ਾ ਸਾਹਿਬ, ਸਿਰਫ ਬੁਰਸ਼ ਕਰ ਲਿਆ ਕਰੋ, ਤੁਹਾਡੀ ਮਿਹਰਬਾਨੀ, ਤੁਹਾਡੇ ਮੂੰਹ 'ਚ ਬਹੁਤ ਬੜੀ ਹੁੰਦੀ, ਮੈਂ ਕਿਹਾ ਸਿਰਫ ਬੁਰਸ਼ ਕਰ ਲਿਆ ਕਰ, ਹੋਰ ਕੱਖ ਨਾ ਕਰਿਆ ਕਰ ਜੀ। ਨਹੀਂ ਭਾਈ ਬੀਬੋ ਨਾ ਉਹਨੇ ਇਹ ਨਹੀਂ ਸੀ ਆਖਿਆ ਕਿ ਤੂੰ ਤਾਂ ਪਿੱਛੋਂ ਚਮੂਣੇ ਵੀ ਕੱਢ ਲਿਆਉਣਾ, ਤੇਰੀ ਕਿਹੜੀ ਗੱਲ ਜੀ ਅਸਲ ਠਿਕਾਣਾ ਸਾਹਿਬ ਲਿਆਏ ਨੇ, ਬੜਾ ਜ਼ਬਰਦਸਤ ਹਨੇਰਾ ਪਾਉਂਦੇ ਨੇ ਮਿਰਜ਼ਾ ਸਾਹਿਬ 'ਤੇ ਜੀ। ਅਸਲ ਠਿਕਾਣਾ ਸਾਹਿਬ ਅਸਲਾਮ ਵਾਲੇਕੁਮ। अच्छा है चमूने तू क्या याद करा दिता है यार। अज बैठे सां सी बराड़ सी शहनशाह दी बराड़ ते उत्थे जनाब वो जेड़ा नज़ारा सी जनाब हजरत मिर्ज़ा साहब दी मक्कद इंज खुली है, विच चमूना वो दीवार दे नाल दंदियां वड़दा है पिया, वो फिर उंगल मार के जिंज उन्होंने कढ़िया उन्होंने। ओहो बहुत अज बड़ी तबलीग हुई, यकीन मनो। ओहो अच्छा पूरी बराड़ दे उत्ते ना सख्ता तारी हो गया, रूहानियत इंज बिखर गई, यकीन मनो जो मैं वाकया सुना रहा था। ओहो रिकॉर्डिंग मैं कर ली है, वो मैं अपलोड करांगा, सुनिया जे। चलो भाई कादियानी हो, आओ शाबाश, हिम्मत करो, काल तो आओ। इंजम साहब का कोई होर सवाल है ਤੁਹਾਡਾ? ਤੁਹਾਨੂੰ ਵਜ਼ੀਫਾ ਲੱਭ ਗਿਆ ਤੇ ਕੋਈ ਆ ਜਾਏ ਕੋ, ਚਲੋ ਹਾਂਜੀ ਆ ਜਾਏ ਸਾਜਦ ਸਾਹਿਬ, ਉੱਤੇ ਆ ਜਾਓ ਕਾਲ ਤੇ। ਹਬੀਬ ਭਾਈ ਆ ਛੋਟੇ ਮਿਰਜ਼ੇ ਦੇ ਨਾ ਹਵਾਲੇ ਨਾਲ ਕੋਈ ਸਬੂਤ ਚਾਹੀਦੇ ਨੇ। ਇੱਕ ਸਾਡੇ ਭਾਈ ਨੇ ਤੋਂ ਇਹਨੂੰ ਸੁਣ ਰਹੇ ਨੇ ਬੜੀ ਚੰਗੀ ਤਰ੍ਹਾਂ, ਤੋਂ ਉਹਨਾਂ ਨਾਲ ਮੈਂ ਸਮਝਾਈਏ ਤਾਂ ਉਹਨਾਂ ਦੀ ਸਮਝ ਨਹੀਂ ਗੱਲ ਪਈ ਆਉਂਦੀ ਹੈ। ਕੋਈ ਲਿੰਕ ਤੁਹਾਡੇ ਕੋਲ ਸ਼ੇਅਰ ਕਰ ਸਕਦੇ WhatsApp ਜੀ? ਉਹ ਗੁਜ਼ਾਰਿਸ਼ ਹੈ ਕਿ ਉਹਨਾਂ ਨੂੰ ਤੁਸੀਂ ਉਹ ਗੱਲ ਹੈ ਵੇ ਕਿ ਜਿਹੜੇ ਭਾਈ ਨੂੰ ਸਮਝ ਨਹੀਂ ਆ ਨਾ ਆਉਂਦੀ, ਉਹਨੂੰ ਨਾ ਉਹ ਜਹੰਨਮ ਦੇ ਕਿਨਾਰੇ ਤੇ ਖਲੋਤਾ ਹੈ ਨਾ, ਤੇ ਪਿੱਛੋਂ ਦੀ ਜਾ ਕੇ ਨਾ ਉਹਦੇ ਪਛਵਾੜੇ ਤੇ ਮਾਰੋ ਠੁੱਡਾ, ਉਹਨੂੰ ਕਰ ਡਿੱਗ ਜਹੰਨਮ ਦੇ ਵਿੱਚ, ਜਿਹੜਾ ਤੂੰ ਕੱਲ ਡਿੱਗਣਾ ਸੀ ਹੁਣੇ ਡਿੱਗ, ਨਿਕਲ ਇੱਥੋਂ। ਤੇ ਇੰਨੇ ਨਾ ਕਿਸੇ ਦੀ ਫਿਕਰ ਕਰਿਆ ਕਰੋ,
ਹਾਂ ਮੇਰੇ ਨਾਲ ਪੜ੍ਹਦੇ ਇੰਨੀ ਰਹੇ ਫਿਕਰ ਨੇ ਨਹੀਂ ਕਰ, ਜਿਹਨੇ ਜਨਮ 'ਚ ਜਾਣਾ ਉਹਨੇ ਜਾਣਾ ਹੀ ਜਾਣਾ ਹੈ। ਹਾਂ ਮੇਰੇ ਨਾਲ ਮਦਰਸੇ ਪੜ੍ਹਦੇ ਰਹੇ ਨੇ ਸੁਜ਼ਾਨੇ ਮਦੀਨਾ, ਤੇ ਮੈਂ ਨਹੀਂ ਚਾਹੁੰਦਾ ਹਾਫਿਜ਼ ਹਾਂ, ਕੁਰਾਨ ਉਹਨੂੰ ਤੇ ਦੋ ਮਾਰਿਆ ਜੇ ਠੁੱਡੇ। ਜਿਹੜਾ ਨਾਲ ਪੜਦਾ ਰਿਹਾ ਹੈ ਨਾ, ਉਹਦਾ ਦਿਮਾਗ ਖਰਾਬ, ਉਹਦੇ ਦੋ ਠੁੱਡੇ ਮਾਰ ਕੇ ਉਹ ਨਿਕਲੇ। ਤੂੰ ਉਹ ਤੇ ਕਰਦਾ ਕੀ ਹੈ ਪਿਆ? ਕਿਆ ਕਲਾਸ ਫੈਲੋਆਂ ਨੂੰ ਤੇ ਜ਼ਿਆਦਾ ਦੁਰਗਤ ਬਣਾਈ ਦੀ ਇਹਨਾਂ ਦੀ। ਜੀ ਜੀ ਵੇਖੋ ਪਤਾ ਕੀ, ਕਿਸੇ ਦਾ ਈਮਾਨ ਨਹੀਂ ਤੁਸੀਂ ਬਚਾ ਸਕਦੇ। ਇਹ ਤਕਦੀਰੇ ਇਲਾਹੀ, ਜਿੰਨੇ ਜੋ ਹੋਣਾ ਹੋ ਕੇ ਰਹਿ। ਉਹ ਭਾਵੇਂ ਟਿੱਲ ਲਾ ਕੇ ਮਰ ਜਾਓ, ਤੁਸੀਂ ਕੁਝ ਵੀ ਨਹੀਂ ਹੋਣਾ। ਉਹ ਤੇ ਨਬੀ ਆਲਮ ਸੱਲੱਲਾਹੁ ਅਲੈहि ਵਸੱਲਮ ਨੂੰ ਵੀ ਅੱਲਾ ਨੇ ਫਰਮਾਇਆ ਨਾ, ਇਹ ਕੁਰਾਨ ਦੀ ਆਇਤ ਜਿਹਦਾ ਮਫਹੂਮ ਹੈ, ਤੇ ਜਿਹਦੇ ਮੁਕੱਦਰ 'ਚ ਜੋ ਹੈ ਇਹ ਮਹਿਬੂਬ ਉਹ ਹੋਣਾ ਹੀ ਹੋਣਾ। ਉਹ ਕੀ ਹੈ ਯਾਰ ਆਇਤ ਸੂਰਾ ਅਲ ਬਕਰਾ ਦੇ ਵਿੱਚ ਗਾਲਬਨ इन्नल्लज़ीना कफ़रू सवाउन अलैहिम अअन्ज़रतहुम अम लम तुनज़िरहुम ला युमिनून। हाँ, बेशक वो जिनकी किस्मत में कुफर है, इन्हें बराबर है चाहे तुम इन्हें डराओ या ना डराओ, वो ईमान लाने के नहीं है। जिधे जो मुकद्दर से होना ही होना है। जिन्हें वही काफर होना होवे जाके सानू साडे सिर किहड़ी सहन चढ़दा पिया, जिहड़ा उन्हें इस्लाम नूं इंज धक्का लाया ते सिर ते चुकिया है, ते थोड़ा जिहा इधर उधर होया ते इस्लाम ने डिग पैना। जा जाके काफर मरना ही ते मर जाके, जन्नम च जाना है पिया ते जा जाके। जी हमजा भाई भी आए ने जी, अस्सलाम वालेकुम हमजा भाई। हमजा भाई असद खटाना किधर टुर गए? असद खटाना भी बैठा है जी। असद खटाना जिहड़ा है ना, लुक लुक के गल्लां सुनदे साडी। असद भाई उत्ते दूसरे नंबर ते बैठे हैं। हाँ, ये बड़ी रूहानी शख्सियत ने जनाब, बड़ी रूहानी शख्सियत। बड़ी रूहानी शख्सियत है। बहुत तलीम पेश करता। अस्सलाम वालेकुम शाह जी, की हाल चाल है? वालेकुम बेहतरीन। माशाअल्लाह शाह जी, अज तबलीग बिल्कुल ठीक हो रही है। मैं ਉਹ ਨੁਸਖੇ ਦਾ ਪੁੱਛਣ ਆਇਆ ਸੀ ਉੱਤੇ, ਉਹ ਜਿਹੜਾ ਤੁਸੀਂ ਦੱਸਿਆ ਸੀ, ਉਹ ਗੈਰ ਸ਼ਾਦੀशुदा ਬੰਦੇ ਮੇਰੇ ਵਰਗੇ ਉਹ ਵੀ ਕੋ ਐਡਵਾਂਸ ਦੇ ਵਿੱਚ ਉਹ ਕਰ ਸਕਦੇ ਨੇ? थोड़ा एक मिनट, गल सही की है, ये ना नुस्खे च थोड़ी तब्दीली करनी पैंदी, थोड़ा नुस्खा तब्दील करना पैंदा, थोड़ा नुस्खा तब्दील। शाह जी मैं पूछा हाँ जी जी, ये थोड़ा जा वजीफा जो है ना भाजी जलाली बनाना पैना, जलाली वजीफा है, फिर किधरे जाके तुहानू फाका होना है। तो काम शाह जी खतरनाक ना होइए ज्यादा। हाँ जी वकार साहब भी आए ने जी, अस्सलाम वालेकुम। बोलो जी वकार साहब।
अस्सलाम वालेकुम शाह साहब। शाह जी करनो मुस्लिम कबूल फरमाइए। वालेकुम सलाम जी, अल्लाह सलामतियाँ ता फरमाए। शाह साहब मैंने ना अपना बेटा आपके पास भेजना था, वो अभी 5वीं में उसने एग्ज़ाम से क्लियर हुआ है, मैं चाह रहा हूँ कि आपके मदरसे में उसको भेज दूँ। बात यह है कि अभी हमने अपना इदारा रहायशी नहीं किया, ठीक है। और दूसरी बात यह है कि मैं खुद मदीना शरीफ हूँ, पीछे हमने टीचर रखे हैं और दुआ फरमाए कोई अल्लाह पाक मुझे रहायशी मदरसा दे दे तो फिर चल बाद में कभी, लेकिन अभी मुझे लगता नहीं है, अभी शायद पूरी ज़िंदगी नहीं, क्योंकि मैंने मुस्तकिल मदीना शरीफ रहना है इंशाल्लाह, तो अब शायद नामुमकिन। तो मुझे फिर मुफ्ती साहब को बता ही दें कि आपका जो कोई दोस्त हो, कोई अच्छा मदरसा हो तो उधर मैं भेज दूँ। मैं आप की तरह का बनाना चाहता सारे हूँ। अच्छे ही हैं जनाब, सारे अच्छे ही हैं, दीन की तबलीग दावत इस्लामी के किसी मदरसे में भी करवा दें। लेकिन मेरा तो रब के बाद आप पे ज़्यादा ईमान है, आपको ज़्यादा इश्क भी करता हूँ, आपसे मोहब्बत भी करता हूँ, आपको शुरू से फॉलो करता हूँ, और तो मुझे किसी पे ट्रस्ट नहीं वो है। तो ठीक है, मैंने अपना उज़र बताया ना आपको कि मेरा मुस्तकिल मदीना शरीफ रहने का इरादा है माशाअल्लाह। इंशाअल्लाह। तो मुफ्ती साहब जिस गांव से मैं तलक रहता हूँ ना, मेरा पूरा पूरा गांव मरज़इयों का था। इवन कि मेरा जो दादा था और जो दादे का भाई था ना, वो भी मरज़ई थे। बाद में तो मेरा दादा तो मुसलमान हो गया, लेकिन जो दादे का भाई था ना, वो एंड तक मुसलमान नहीं हुआ। उन्होंने भी इसको छोड़ दिया, उसकी फैमिली ने भी छोड़ दिया। इवन कि जब वो फोत हुआ ना, तो उसके बेटे उसको हमारे कब्रिस्तान में दफन करने लगे थे, लेकिन हमने कहा कि नहीं जी, अब आप इसको अपनी ज़मीन में दफन करो, हमने अपने कब्रिस्तान में इसको दफन नहीं करने देना। वो जो क्या है, कोठा जो होता है, अभी उन्होंने हमारे गांव में एक कोठा भी बनाया हुआ है, सिर्फ 1-2 मरज़ई रहता है हमारे गांव में, उसके बच्चे तो जर्मनी अब वो जहाँ जहाँ मरज़ई होता है वहाँ पे कोठा लाजमी होता है। जी चौक में बनाया उन्होंने, डबल स्टोरी करके ना, कोठा टाइप ही है वो। तो अभी वो मेरी ज़मीनों के साथ उन्होंने बनाया हुआ, वो फुले शुले लगा लूँ, पता नहीं क्या उसको बोलते हैं, उधर ही अपने मुर्गे दफन किए हुए हैं उन्होंने, तो उधर ही वो फूल शूल लगाए हुए हैं, इसको पता नहीं क्या बोलते हैं, जन्नत बोलते हैं, क्या बोलते हैं। तभी भी उनका पीछे कोई, अभी मैं गाँव गया हुआ था तो उनका कोई बड़ा पादरी पता नहीं क्या होता है, वो आया हुआ था जर्मनी से, तो वो घूम फिर रहा था। तो मुझे ना कसम से वो मरज़ई 2 मरज़ई हैं, थोड़े से सियाने हो गए हुए हैं, उनकी तरफ देख के इतनी तप चढ़ती है ना। मैंने अपने पीर साहब को भी बोला था कि सरकार ये कोई जुमे में ऐलान करें कि हमारे लोग इनके साथ ही ज़्यादा तल्लुकात रखे हुए हैं, उठते बैठते हैं, खाते पीते हैं, ज़मीनें इनके साथ काम करते हैं। तो वो भी हमारे गाँव के जो पीर साहब हैं वो भी इतना नहीं करते, बस कहते हैं जी बस मोशी प्यार बट लेते हैं। लेकिन मुझे बड़ा गुस्सा आता है उनको देख देख के ना, मेरा दिल करता है उनको जो उन्होंने चौक पर बनाया हुआ ना, वो जो कोठा बनाया हुआ, उसको तोड़ दूँ, तबाह कर दूँ। तो वो लोगों पे खर्चा करते हैं मुफ्ती साहब, जो होते हैं ना, यानी कि गरीब लोग, उनको वो अपनी जेब से काफ़ी ज़्यादा खर्चा कर करके ना अपनी तरफ राग़िब करते हैं वो। बस ऐसे ही होता है ना जी। तो मेरी तो यही ख्वाहिश है कि मैं बस अपने बेटे को आपकी तरह का कोई अच्छा सा दीन का स्कॉलर बना के ना, अपनी जलाले की गांव में ना उसको इमाम बनाऊं, ताकि वो हर जुमे में इन कादियानी कुत्तों के खिलाफ वो बयान कर सके और लोगों को बता सके। नहीं मेरे वर्गा बनाओगे तो वो फिर मस्जिद ते मस्जिद तो उन्हें 100 मीटर दूर जाना है, हैं? बल्कि 100 किलोमीटर कर लो। मस्जिद का इमाम तो मैं ज़ाती तौर पर इमामत अल्लाह तुहाडा भला करे, कोई तकरीबन मैनू अज तो कोई कर लो कि 15 साल बल्कि 18 साल पहले, तकरीबन 18 साल पहले
ਸਿਰਫ ਜ਼ਿੰਦਗੀ 'ਚ 6 ਮਹੀਨੇ ਮੈਂ ਮਸਜਿਦ ਕੀਤੀ ਸੀ ਮਾਸ਼ਾਅੱਲਾ। ਬਸ ਉਹ ਮੇਰੀ ਆਖਰੀ ਮਸਜਿਦ ਸੀ, ਯਾਨੀ ਉਹ 6 ਮਹੀਨੇ ਮੈਂ ਬਸ ਮੈਂ ਉਸ ਤੋਂ ਬਾਅਦ ਤੋਬਾ ਮੈਂ ਕਰਨਾ ਯਾਰ। ਅਸਲ 'ਚ ਨਾ ਸਾਡੇ ਵਰਗਾ ਬੰਦਾ ਨਹੀਂ ਟਿਕ ਸਕਦਾ ਮਸਜਿਦ 'ਚ। ਅਸੀਂ ਯਾਰ ਬੇਬਾਕ ਕਿਸਮ ਦੇ ਬੰਦੇ ਆ, ਜੋ ਮਨ ਚਾਹਣੀ ਹੈ ਉਹ ਬੋਲਣਾ ਹੈ, ਜੋ ਮਨ ਚਾਹਣਾ ਕਰਨਾ ਹੈ। ਤੇ ਉਹ ਫਿਰ ਇੰਤਜ਼ਾਮੀਆਂ ਦੇ ਮਸਲੇ ਤੇ ਉਹ ਨਾ ਬਾਉਂਡ ਹੋ ਜਾਂਦਾ ਬੰਦਾ, ਤੇ ਬਾਉਂਡ ਸਾਡੇ ਕੋਲ नहीं होया ਜਾਂਦਾ भाई। जी सरकार, वो गाँव में ਅਸੀਂ ਤੇ ਜੋ ਮਨ ਚਾਹਣੀ ਉਹ वो ਕਰਨੀ। जाती होती है, उसमें कोई भी इंतजामिया का दखल नहीं होता। यानी कि मैंने अपनी ज़मीन में मस्जिद बना ली, अपनी जगह पे मस्जिद बना ली, हर बंदे के उधर हाँ वो गाँव के अंदर होता है, गाँव में होता है, गाँव में होता है। यहाँ शहरों में ना मामले लग गए हैं, गाँव के मामले लग गए। अच्छा यार साहिबान बैठे हैं तो आज दिन को भी बस लगे ही रहे हैं, तो अभी भी चलो हाजिरी थोड़ी बहुत हो ही गई है, तो इजाज़त दें भाई। अस्सलाम वालेकुम। जी वालेकुम अस्सलाम व रहमतुल्लाहि व बरकातहू। वालेकुम अस्सलाम व रहमतुल्लाह।